हाँ गुड आफ्टरनून। ਤੁਸੀਂ YouTube ਵਾਲਾ ਲਾਸਟ ਲੈਕਚਰ ਦੇਖਿਆ ਹੋਣਾ। ਲਾਸਟ ਲੈਕਚਰ ਦੇ ਅੰਦਰ ਆਪਾਂ ਇਸ ਬਲੌਕ ਔਰ ਪੀ ਬਲੌਕ ਡਿਸਕਸ ਕਰ ਰਹੇ ਸੀਗੇ ਤੇ ਪੀ ਬਲੌਕ ਤੇ ਮੈਂ ਖਤਮ ਕੀਤਾ ਸੀਗਾ। ਠੀਕ ਹੈ, ਇੱਕ ਮੈਂ ਛੋਟੀ ਜਿਹੀ ਇੰਪੋਰਟੈਂਟ ਗੱਲ ਦੱਸਣਾ ਚਾਹੁੰਦਾ। ਹੁਣ ਨਾ ਜਿਵੇਂ ਇਹ ਆਪਣਾ ਲਾਸਟ ਕਿਸੇ ਤਰ੍ਹਾਂ ਨਾਲ ਰਹਿ ਗਿਆ ਸੀ, ਹਲੇ ਨੋਟ ਨਾ ਕਰੋ, ਹਲੇ ਸਿਰਫ ਇਹਨੂੰ ਆਬਜ਼ਰਵ ਕਰੋ, ਥੋੜਾ ਜਿਹਾ ਰਫ ਕੰਮ ਹੈ। ਮੈਂ ਨਾ ਮੰਨ ਲਓ ਸੋਡੀਅਮ ਦੀ ਕੌਨਫੀਗਰੇਸ਼ਨ ਲਿਖਣਾ ਚਾਹੁੰਦਾ, ਤਾਂ ਸੋਡੀਅਮ ਦੀ ਕੌਨਫੀਗਰੇਸ਼ਨ ਕੀ ਹੋਏਗੀ 1s2 2s2 2p6 3s1। ਇਹ ਸੋਡੀਅਮ ਦੀ ਕੌਨਫੀਗਰੇਸ਼ਨ ਹੁੰਦੀ ਹੈ ਨਾ। ਹੁਣ ਨਾ ਐਵੇਂ ਹੁਣ ਦੇਖੋ ਸੋਡੀਅਮ ਤਾਂ ਸਿਰਫ 11ਵੇਂ ਨੰਬਰ ਤੇ ਹੈ, ਤਾਂ ਇਹਦੀ ਕੌਨਫੀਗਰੇਸ਼ਨ ਛੋਟੀ ਜਿਹੀ ਲਿਖੀ ਗਈ। ਮੰਨ ਲਓ ਮੈਂ ਕੋਈ ਐਲੀਮੈਂਟ ਚੱਕਦਾ ਜਿਹਦਾ ਐਟੋਮਿਕ ਨੰਬਰ 52 ਹੈ, ਤਾਂ 52 ਤੱਕ ਲਿਖਦੇ ਲਿਖਦੇ ਤਾਂ ਇਹ ਜਿਹਾ ਕਿੰਨਾ ਕੁਝ ਲਿਖਿਆ ਜਾਏਗਾ, ਤਾਂ ਉਹ ਕੌਨਫੀਗਰੇਸ਼ਨ ਨਾ ਬਹੁਤ ਲੰਬੀ ਹੋ ਜਾਏਗੀ। ਤਾਂ ਆਪਾਂ ਕੀ ਕਰਦੇ ਹਾਂ, ਆਪਾਂ ਇਹਨੂੰ ਸ਼ਾਰਟ ਫਾਰਮ 'ਚ ਲਿਖਣ ਦੇ ਲਈ ਇਹਦੇ ਵਿੱਚ ਨਾ ਜਿੱਥੇ ਵੀ ਕੋਈ ਵੀ ਨੋਬਲ ਗੈਸ ਦੀ ਕੌਨਫੀਗਰੇਸ਼ਨ ਆਉਂਦੀ ਹੈ, ਆਪਾਂ ਉਹਨੂੰ ਉਸ ਨੋਬਲ ਗੈਸ ਦਾ ਨਾਮ ਲਿਖ ਦਿੰਦੇ ਹਾਂ। ਮੈਂ ਸਮਝਾਉਣਾ ਇਹਦਾ ਮਤਲਬ ਕੀ ਹੈ। ਹੁਣ ਜਿਵੇਂ ਨਾ ਸੋਡੀਅਮ 11ਵੇਂ ਨੰਬਰ ਤੇ ਹੈ, 11ਵੇਂ ਨੰਬਰ ਤੋਂ ਜਸਟ ਪਹਿਲਾਂ ਕੋਈ ਨੋਬਲ ਗੈਸ ਸੋਚੋ ਕਿਹੜੀ ਆਉਂਦੀ ਹੈ। ਜੇ ਤੁਸੀਂ ਸਹੀ ਸੋਚਿਆ ਤਾਂ ਨੀਓਨ 10ਵੇਂ ਨੰਬਰ ਤੇ ਆਉਂਦੀ ਹੈ, ਤੇ ਨੀਓਨ ਇੱਕ ਨੋਬਲ ਗੈਸ ਹੈ ਜਾਂ ਇਨਰਟ ਗੈਸ ਹੈ ਨਾ। ਹੁਣ ਨੀਓਨ ਦੀ ਕੌਨਫੀਗਰੇਸ਼ਨ ਕੀ ਹੁੰਦੀ ਹੈ? ਨੀਓਨ ਦੀ ਕੌਨਫੀਗਰੇਸ਼ਨ ਹੁੰਦੀ ਹੈ 1s2 2s2 2p6। ਆ ਨੀਓਨ ਦੀ ਕੌਨਫੀਗਰੇਸ਼ਨ ਹੈ। ਚੈੱਕ ਕਰੋ ਸੋਡੀਅਮ ਦੇ ਅੰਦਰ ਇੱਥੇ ਤੱਕ ਨੀਓਨ ਦੀ ਕੌਨਫੀਗਰੇਸ਼ਨ ਦੇ ਨਾਲ ਬਿਲਕੁਲ ਸੇਮ ਹੈ, ਔਰ ਇਸ ਤੋਂ ਅੱਗੇ ਸੋਡੀਅਮ ਦੀ ਆਪਣੀ ਡਿਫਰੈਂਟ ਕੌਨਫੀਗਰੇਸ਼ਨ ਹੈ ਜਿਹੜੀ ਲਿਖੀ ਹੋਈ ਹੈ। ਤਾਂ ਆਪਾਂ ਕੀ ਕਰਦੇ ਹਾਂ, ਆਪਾਂ ਸੋਡੀਅਮ ਦੀ ਕੌਨਫੀਗਰੇਸ਼ਨ ਲਿਖਣ ਦੇ ਲਈ ਇੱਥੇ ਤੱਕ ਇੱਦਾਂ ਲਿਖਦੇ ਹਾਂ ਵੀ ਨੀਓਨ ਕਿੰਨੇ ਇਲੈਕਟ੍ਰੋਨ ਪੂਰੇ ਹੋ ਗਏ, 2 ਇਹਦੇ ਕੋਲ 2 ਇਹਦੇ ਕੋਲ 6 ਦੇ ਕੋਲ, ਯਾਨੀ ਕਿ ਨੀਓਨ 10, ਔਰ ਇਹ ਤੋਂ ਬਾਅਦ 3s1। ਠੀਕ ਹੈ ਨਾ। ਤਾਂ ਇਹ ਵੀ ਇੱਕ ਕੌਨਫੀਗਰੇਸ਼ਨ ਲਿਖਣ ਦਾ ਤਰੀਕਾ ਹੈ ਕਿ ਜਿਹੜੇ ਵੀ ਐਲੀਮੈਂਟ ਦੀ ਤੁਸੀਂ ਗੱਲ ਕਰ ਰਹੇ ਹੋ ਉਸ ਤੋਂ ਸਭ ਤੋਂ ਨੇੜੇ, ਉਸ ਤੋਂ ਸਭ ਤੋਂ ਪਹਿਲਾਂ ਕਿਹੜੀ ਨੋਬਲ ਗੈਸ ਹੈ, ਉੱਥੇ ਤੱਕ ਨੋਬਲ ਗੈਸ ਲਿਖ ਦਿਓ, ਬਾਕੀ ਬਚੀ ਹੋਈ ਉਹਦੀ ਕੌਨਫੀਗਰੇਸ਼ਨ ਲਿਖ ਦਿਓ। ਇੰਨੀ ਗੱਲ ਸਮਝ ਆ ਰਹੀ ਹੈ? ਮੈਂ ਇੱਕ ਹੋਰ ਐਗਜ਼ਾਮਪਲ ਸਮਝਾਉਣਾ ਹੈ। ਮੰਨ ਲਓ ਮੇਰੇ ਕੋਲ ਹੈ ਐਲੂਮੀਨੀਅਮ। ਹੁਣ ਨੀਓਨ ਦੀ ਐਗਜ਼ਾਮਪਲ ਲੈ ਰਿਹਾ ਤਾਂ ਐਲੂਮੀਨੀਅਮ ਨਾ 13th ਨੰਬਰ ਤੇ ਹੁੰਦਾ ਹੈ। ਜਿਹਦੀ ਕੌਨਫੀਗਰੇਸ਼ਨ ਲਿਖੀ ਜਾਵੇ ਤਾਂ ਇਹਦੀ ਕੌਨਫੀਗਰੇਸ਼ਨ ਲਿਖੀ ਜਾਏਗੀ 1s2 2s2 2p6 3s2 3p1। ਆ ਇਹਦੀ ਕੌਨਫੀਗਰੇਸ਼ਨ ਹੈ। ਚੈੱਕ ਕਰੋ ਇੱਥੇ ਤੱਕ ਤਾਂ ਨੀਓਨ ਹੀ ਹੈ, ਤਾਂ ਇਹਨੂੰ ਆਪਾਂ ਐਵੇਂ ਲਿਖਦੇ ਹਾਂ। ਐਕਚੁਅਲ 'ਚ ਐਲੂਮੀਨੀਅਮ ਕੀ ਹੁੰਦਾ, ਨੀਓਨ 10, ਇੱਥੇ ਤੱਕ ਨੀਓਨ 10 ਪੂਰਾ ਹੋ ਗਿਆ, ਕੌਮਾ 3s2 3p1। ਇਹ ਕੌਨਫੀਗਰੇਸ਼ਨ ਲਿਖਣੀ ਸਮਝ ਆਈ ਕਿਵੇਂ ਲਿਖ ਰਹੇ ਹਾਂ? ਠੀਕ ਹੈ। ਅੱਛਾ, ਮੈਂ ਇਹ ਤੋਂ ਇਲਾਵਾ ਕੋਈ ਵੀ ਹੋਰ ਐਲੀਮੈਂਟ ਚੱਕ ਲੈਣਾ ਅਗਰ ਤੁਸੀਂ ਦੇਖਣਾ ਚਾਹੋ ਤਾਂ, ਜਿਵੇਂ ਕਿ ਆਰਸੈਨਿਕ ਲੈ ਲਓ। ਠੀਕ ਹੈ। ਹੁਣ ਆਰਸੈਨਿਕ ਕਿੰਨਵੇਂ ਨੰਬਰ ਤੇ ਆਏਗਾ? ਦੇਖੋ ਆਰਸੈਨਿਕ ਆਏਗਾ 7 15 ਤੇ 18 33 ਨੰਬਰ ਤੇ ਆਏਗਾ। ਠੀਕ ਹੈ, ਆਰਸੈਨਿਕ ਦਾ ਐਟੋਮਿਕ ਨੰਬਰ 33 ਹੋਏਗਾ। ਤਾਂ ਜੇ ਇਹਦੀ ਕੌਨਫੀਗਰੇਸ਼ਨ ਲਿਖਣੀ ਜਾਵੇ ਤਾਂ 1s2 2s2 2p6 3s2 3p6 4s2 3d10 4p3। ਆਈ ਦੀ ਕੌਨਫੀਗਰੇਸ਼ਨ ਹੈ ਨਾ। ਹੁਣ ਇਹਦੇ ਅੰਦਰ ਨੀਓਨ ਲਿਖਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਆਰਸੈਨਿਕ ਤੋਂ ਅਗਰ ਤੁਸੀਂ ਪੀਰੀਓਡਿਕ ਟੇਬਲ ਚੈੱਕ ਕਰੋ ਤਾਂ ਆਰਸੈਨਿਕ ਤੋਂ ਜਿਹੜੀ ਪਹਿਲਾ ਨੋਬਲ ਗੈਸ ਆਉਂਦੀ ਹੈ ਉਹ ਆਉਂਦੀ ਹੈ ਆਰਗਨ 18ਵੇਂ ਨੰਬਰ ਤੇ। ਹੁਣ ਆਰਗਨ ਦੀ ਕੌਨਫੀਗਰੇਸ਼ਨ ਹੁੰਦੀ ਹੈ 1s2 2s2 2p6 3s2 3p6। ਆ ਇੱਥੇ ਤੱਕ ਆਰਗਨ ਹੈ। ਤਾਂ ਆਪਾਂ ਆਰਸੈਨਿਕ ਦੀ ਕੌਨਫੀਗਰੇਸ਼ਨ ਕੀ ਲਿਖਦੇ ਹਾਂ? ਆਰਗਨ 18, ਕਿਉਂਕਿ ਉਹ 18th ਹੈ। ਉਸ ਤੋਂ ਬਾਅਦ 4s2, ਇਸ ਤੋਂ ਬਾਅਦ 3d10, ਠੀਕ ਹੈ, ਇਸ ਤੋਂ ਬਾਅਦ 4p3। ਇੰਨਾ ਪੁਆਇੰਟ ਸਮਝ ਆ ਰਿਹਾ? ਤਾਂ ਜਿਹੜੀ ਕੱਲ ਮੈਂ ਜਨਰਲ ਕੌਨਫੀਗਰੇਸ਼ਨ ਲਿਖਵਾ ਰਿਹਾ ਸੀਗਾ ਉਹਦੇ ਅੰਦਰ ਦੇਖੋ ਮੈਂ ਸਕੁਆਇਰ ਬ੍ਰੈਕਟ IG ਲਿਖਿਆ ਹੋਇਆ ਸੀਗਾ, ਹੈ ਨਾ। ਇਹਦਾ ਮਤਲਬ ਵੀ ਉੱਥੇ ਤੱਕ ਤਾਂ ਪਿਛਲੀ ਨੋਬਲ ਗੈਸ ਹੀ ਆ ਜਾਏਗੀ, ਫਿਰ ਬਾਕੀ ਬਚੀ ਹੋਈ ਕੌਨਫੀਗਰੇਸ਼ਨ ਲਿਖੀ ਜਾਏਗੀ। ਕੱਲ ਵਾਲਾ ਦੇਖ ਲਓ, ਕੱਲ ਮੈਂ ਤੁਹਾਨੂੰ ਪੀ ਬਲੌਕ ਦੀ ਜਿਹੜੀ ਜਨਰਲ ਕੌਨਫੀਗਰੇਸ਼ਨ ਲਿਖਵਾਈ ਸੀਗੀ ਉਹ ਮੈਂ ਇੱਦਾਂ ਲਿਖਵਾਈ ਸੀਗੀ ਵੀ IG ਯਾਨੀ ਕਿ ਨੋਬਲ ਗੈਸ ਯਾਨੀ ਕਿ ਇਨਰਟ ਗੈਸ। ਇਹ ਤੋਂ ਬਾਅਦ ਮੈਂ ਲਿਖਵਾਇਆ ਸੀ NS2 NP1 ਤੋਂ ਲੈ ਕੇ 6 ਤੱਕ। ਠੀਕ ਹੈ, ਨੋਟਸ ਚੈੱਕ ਕਰ ਲਿਓ ਆਪਣੇ। ਜੇ ਤੁਸੀਂ ਲਾਸਟ YouTube ਦਾ ਲੈਕਚਰ ਲਗਾਇਆ ਕੱਲ ਵਾਲਾ ਤਾਂ ਉਹਦੇ ਵਿੱਚ ਇਹ ਲਾਸਟ 'ਚ ਕਰਵਾਇਆ ਸੀਗਾ ਆਪਾਂ ਨੇ। ਇਸ ਬਲੌਕ ਦੀ ਕੌਨਫੀਗਰੇਸ਼ਨ ਕਿਵੇਂ ਹੁੰਦੀ ਹੈ? ਇਸ ਬਲੌਕ ਦੀ ਕੌਨਫੀਗਰੇਸ਼ਨ ਹੁੰਦੀ ਹੈ IG NS1 ਜਾਂ ਫਿਰ 2। ਇਹ ਹੁੰਦੀ ਹੈ ਨਾ। ਤਾਂ ਇਸ ਤਰ੍ਹਾਂ ਨਾਲ ਇਹਨੂੰ ਲਿਖਿਆ ਜਾਏਗਾ। ਇੰਨੀ ਗੱਲ ਸਮਝ ਆਈ? ਇੱਕ ਹੋਰ ਗੱਲ ਨੋਟ ਕਰੋ, ਜਿਹੜਾ D ਬਲੌਕ ਹੈ, ਹੁਣ ਜਿਵੇਂ ਮੈਂ ਆਰਸੈਨਿਕ ਨਾ ਚਲੋ ਮੈਂ ਇੱਕ ਵਾਰੀ ਸਮਝਾ ਹੀ ਦਿੰਦਾ ਪਹਿਲਾਂ। ਆਹ ਗੱਲ ਸਮਝ ਆਈ ਕਿ ਨਹੀਂ ਆਈ? ਠੀਕ ਹੈ,
ਰਤਿੰਦਰ, ਜ਼ੀਨੀਆ, ਹਰਮਨ, ਇਹ ਚੀਜ਼ ਸਮਝ ਆਈ? ਤਾਂ ਇਹਨੂੰ ਨਾ ਅਸੀਂ ਇਨਰਟ ਗੈਸ ਦੇ ਵਾਂਗੂ ਯਾਨੀ ਕਿ ਨੋਬਲ ਗੈਸ ਦੇ ਵਾਂਗੂ ਵੀ ਲਿਖ ਸਕਦੇ ਹਾਂ। ਅਸੀਂ ਇਸ ਤਰ੍ਹਾਂ ਨਾਲ ਵੀ ਕੌਨਫੀਗਰੇਸ਼ਨ ਲਿਖ ਸਕਦੇ ਹਾਂ, ਐਵੇਂ ਵੀ ਸਾਡਾ ਕੰਮ ਆਰਾਮ ਨਾਲ ਕਵਰ ਅਪ ਹੋ ਜਾਂਦਾ ਹੈ। ਠੀਕ ਹੈ ਨਾ ਪਾਰਟ? ਠੀਕ ਹੈ, ਚਲੋ ਹੁਣ ਆਪਾਂ ਅੱਜ ਦਾ ਸਟਾਰਟ ਕਰਦੇ ਹਾਂ। ਕੱਲ ਤੋਂ ਹੀ ਕੰਟੀਨਿਊ ਕਰ ਰਹੇ ਹਾਂ। ਕੱਲ 2 ਟੇਬਲ ਕਰਵਾਏ ਸੀਗੇ, ਇੱਕ ਐਸ ਬਲੌਕ, ਇੱਕ ਪੀ ਬਲੌਕ। ਅੱਜ ਆਪਾਂ ਉਹ ਤੋਂ ਨੈਕਸਟ, ਮੈਂ ਨਵਾਂ ਪੇਜ ਲਿਖ ਲੈਣਾ ਇਹਦੀ ਬੈਕ ਸਾਈਡ ਤੇ। ਅੱਜ ਆਪਾਂ ਉਸ ਤੋਂ ਨੈਕਸਟ ਕਵਰ ਅਪ ਕਰਾਂਗੇ। ਕੱਲ ਐਸ ਬਲੌਕ ਪੀ ਬਲੌਕ ਦੋਨੋਂ ਖਤਮ ਹੋ ਗਏ ਸੀਗੇ। ਠੀਕ ਹੈ, ਇੱਥੇ ਲਿਖੋ ਅੱਜ ਦਾ ਤੀਸਰੇ ਨੰਬਰ ਤੇ ਡੀ ਬਲੌਕ ਐਲੀਮੈਂਟਸ। ਡੀ ਬਲੌਕ ਐਲੀਮੈਂਟਸ। ਔਰ ਇੱਕ ਨਾ ਸਾਰੇ ਜਾਣਿਆਂ ਨੇ ਕੀ ਕਰਨਾ ਹੈ, ਮਾਰਕੀਟ ਤੋਂ ਨਾ ਪੀਰੀਓਡਿਕ ਟੇਬਲ ਦੇ ਜਿਵੇਂ ਚਾਰਟ ਜਿਹੇ ਆਉਂਦੇ ਹੁੰਦੇ ਨੇ, ਉਹ ਲਿਆ ਕੇ ਆਪਣੇ ਘਰੇ ਲਗਾਉਣ ਦੀ ਕੋਸ਼ਿਸ਼ ਕਰਨੀ ਹੈ ਆਪਣੇ ਆਪਣੇ ਰੂਮ 'ਚ। ਠੀਕ ਹੈ ਨਾ, ਤੁਹਾਨੂੰ ਬਾਰ-ਬਾਰ ਪੀਰੀਓਡਿਕ ਟੇਬਲ ਲੰਘਦੇ ਵੜਦੇ ਤੁਹਾਡੀ ਨਿਗਾਹ 'ਚ ਪਏਗਾ ਤਾਂ ਕੁਛ ਨਾ ਕੁਛ ਉਹਦੇ ਵਿੱਚੋਂ ਯਾਦ ਹੋਏਗਾ ਹੀ ਹੋਏਗਾ। ਤਾਂ ਜਿੰਨੀ ਜਲਦੀ ਹੋ ਸਕਦਾ ਹੈ ਮਾਰਕੀਟ 'ਚੋਂ ਪੀਰੀਓਡਿਕ ਟੇਬਲ ਕਿਤੇ ਵੀ ਬੁੱਕ ਸ਼ਾਪ ਤੋਂ ਮਿਲ ਜਾਏਗਾ। ਪੀਰੀਓਡਿਕ ਟੇਬਲ ਦੇ ਬੜੇ ਬੜੇ ਚਾਰਟਸ ਆਉਂਦੇ ਆ, ਉਹ ਲੈ ਕੇ ਇੱਕ ਵਾਰੀ ਘਰੇ ਜ਼ਰੂਰ ਲਗਾਓ। ਠੀਕ ਹੈ, ਹੈਡਿੰਗ ਲਿਖ ਲਓ ਡੀ ਬਲੌਕ ਐਲੀਮੈਂਟਸ। ਅੱਛਾ, ਡੀ ਬਲੌਕ ਐਲੀਮੈਂਟ ਕੀ ਹੁੰਦਾ ਹੈ? ਐਸ ਬਲੌਕ ਔਰ ਪੀ ਬਲੌਕ ਦੇ ਵਿਚਕਾਰ ਹੁੰਦਾ ਹੈ। 10 ਗਰੁੱਪਸ ਹੁੰਦੇ ਨੇ ਇਹਦੇ ਅੰਦਰ, ਹੈ ਨਾ। ਔਰ ਪਹਿਲੇ ਲੈਕਚਰ 'ਤੇ ਇਹ ਵੀ ਡਿਸਕਸ ਹੋਇਆ ਸੀਗਾ ਕਿ ਮੰਨ ਲਓ 4th ਪੀਰੀਅਡ ਚੱਲ ਰਿਹਾ ਤਾਂ 4th ਪੀਰੀਅਡ 'ਚ 3D ਭਰੇਗਾ, 5th ਪੀਰੀਅਡ 'ਚ 4D ਭਰੇਗਾ, 6th ਪੀਰੀਅਡ 'ਚ 5D ਭਰੇਗਾ। ਯਾਨੀ ਕਿ ਡੀ ਹਮੇਸ਼ਾ ਜਿਹੜਾ ਪੀਰੀਅਡ ਚੱਲ ਰਿਹਾ ਹੁੰਦਾ ਉਹ ਤੋਂ ਇੱਕ ਛੋਟਾ ਭਰਦਾ ਹੈ। ਸਹੀ ਹੈ ਨਾ? ਦੇਖੋ ਮਾੜਾ ਜਿਹਾ ਇਹਦੇ ਇਹੀ ਲਿਖਣਾ ਆਪਾਂ ਨੇ, ਦ ਐਲੀਮੈਂਟਸ ਇਨ ਵਿਚ the elements in which outermost shell and penultimate shells, D block element, the block in which, yeah, the elements in which outermost shell and penultimate shell, penultimate PEN फिर ultimate, penultimate shell are incompletely filled, are incompletely filled and differentiating electron, differentiating electron ਕਿਹੜਾ ਸੀਗਾ? ਆਖਰੀ electron, and differentiating electron enters into D subshell, and differentiating electron enters into D subshell of penultimate shell, D subshell of penultimate shell, comma D subshell of penultimate shell, बस are known as D block elements, are known as D block elements। ਇਹਦੇ ਬਾਰੇ ਇੱਕ ਦੋ ਪੁਆਇੰਟ ਵੀ ਲਿਖ ਲਓ। ਡੀ ਬਲੌਕ ਦੇ ਅੰਦਰ ਕਿੰਨੇ ਗਰੁੱਪਸ ਹੋਣਗੇ ਟੋਟਲ? ਡੀ 'ਚ ਦੇਖ ਲਓ ਕਿੰਨੇ ਇਲੈਕਟ੍ਰੋਨ ਭਰ ਸਕਦੇ ਆ, 10 ਭਰ ਸਕਦੇ ਆ ਵੱਧ ਤੋਂ ਵੱਧ। ਤਾਂ ਡੀ ਬਲੌਕ 'ਚ 10 ਐਲੀਮੈਂਟਸ ਹੋਣਗੇ। ਦੇਖੋ, ਇਟ ਕੰਟੇਨ 10 ਗਰੁੱਪਸ, it contained 10 groups from G3 to G12। G3 मतलब ग्रुप नंबर 3, G12 मतलब ग्रुप नंबर 12। ग्रुप नंबर 3 तो लैके ग्रुप नंबर 12 तक डी ब्लॉक के अंदर आता है। इट कंटेन 10 ग्रुप्स फ्रॉम G3 to G12। आगे लिखो, इट इज प्रेजेंट बिटवीन S एंड P ब्लॉक, it is present between S and P block। आगे लिखो, general configuration of D block elements, general configuration of D block elements is inert gas। जनरल कॉन्फिगरेशन अगर इन्हों की लिखी जाए जिवें मैं हुणे समझाया, इनर्ट गैस पहला इनर्ट गैस आएगी जेडे भी डी ब्लॉक एलिमेंट की गल कर रहे हैं उस तो पिछली इनर्ट गैस N-1 D1 to 10, क्योंकि डी ब्लॉक भर रहा है तो डी 1 तो 10 तक भर सकता है। N-1 क्यों? क्योंकि जो फिफ्थ पीरियड चल रहा होंगे तो 4th डी भरता होंगे। ठीक है, और NS1 to 2।
ਹੁਣ अगर 2 मिनट ਲਈ अगर देखो पीरियोडिक टेबल कुछ ਇਹੋ ਜਿਹਾ ਹੁੰਦਾ है ना, ਆ ਪਹਿਲਾਂ S ਹੁੰਦਾ ਫਿਰ ਇੱਥੇ D ਹੁੰਦਾ ਹੈ, ਤਾਂ ਜੇ D ਤੱਕ ਪਹੁੰਚਣਾ ਹੈ ਤਾਂ ਪਹਿਲਾਂ S ਵੀ ਤਾਂ ਭਰਨਾ ਪਏਗਾ है ना। ਤਾਂ ਕਨਫੀਗਰੇਸ਼ਨ 'ਚ S ਭਰੇਗਾ ਫਿਰ D ਤੱਕ ਆਏਗੀ ਗੱਲ, ਤਾਂ ਪਹਿਲਾਂ S ਭਰੇਗਾ ਫਿਰ D ਭਰੇਗਾ। ਹੁਣ ਇਹਦੇ ਅੰਦਰ ਵੀ ਐਵੇਂ ਹੈ, ਪਹਿਲਾਂ S ਭਰੇਗਾ। ਹੁਣ ਰੂਲ ਦੇ ਹਿਸਾਬ ਨਾਲ ਤਾਂ ਪਹਿਲਾਂ S ਫੁੱਲੀ ਫਿਲ ਹੋਣਾ ਚਾਹੀਦਾ, ਯਾਨੀ ਕਿ NS2 ਫਿਰ D ਆਉਣਾ ਚਾਹੀਦਾ। ਪਰ ਕੁਝ ਐਕਸੈਪਸ਼ਨਲ ਕਨਫੀਗਰੇਸ਼ਨ ਹੁੰਦੀਆਂ ਨੇ, ਤੁਹਾਨੂੰ ਯਾਦ ਹੋਵੇਗਾ ਜਿਵੇਂ ਕਾਪਰ ਦੀ ਕਨਫੀਗਰੇਸ਼ਨ ਲਿਖਵਾਈ ਸੀਗੀ। ਜੇ ਕਾਪਰ ਦੀ ਕਨਫੀਗਰੇਸ਼ਨ ਲਿਖੋ ਨਾ ਤਾਂ ਉਹਦੇ ਲਾਸਟ ਦੇ ਅੰਦਰ ਕੀ ਆਉਣਾ ਚਾਹੀਦਾ, ਉਹਦੇ ਲਾਸਟ 'ਚ ਆਉਣਾ ਚਾਹੀਦਾ 3D9 ਤੇ 4s2। ਪਰ ਐਕਚੁਅਲ 'ਚ ਕੀ ਹੁੰਦਾ, ਇੱਕ ਇਲੈਕਟ੍ਰੋਨ ਇੱਧਰ ਆ ਜਾਂਦਾ ਤਾਂ 3D10 4s1 ਐਕਸੈਪਸ਼ਨਲ ਕਨਫੀਗਰੇਸ਼ਨ ਹੈ, ਪਿਛਲੇ ਚੈਪਟਰ ਦੇ ਲਾਸਟ 'ਚ ਕਰੀ ਸੀ ਆਪਾਂ ਨੇ, ਠੀਕ ਹੈ। ਤਾਂ ਐਵੇਂ ਦੇ ਵੈਸੇ ਹਮੇਸ਼ਾ S2 ਤੋਂ ਬਾਅਦ ਹੀ D ਭਰੇਗਾ, ਪਰ ਕੁਝ ਐਕਸੈਪਸ਼ਨਲ ਕੇਸਿਸ 'ਚ ਇਹ S ਵਾਲਾ ਇਲੈਕਟ੍ਰੋਨ D 'ਚ ਜੰਪ ਕਰ ਜਾਂਦਾ ਤਾਂ ਉੱਥੇ S1 ਰਹਿ ਜਾਂਦਾ ਹੈ। ਤਾਂ ਹੀ ਮੈਂ NS ਦੇ ਉੱਪਰ 1 ਵੀ ਲਿਖਿਆ 2 ਵੀ ਲਿਖਿਆ, ਵੀ S1 ਵੀ ਹੋ ਸਕਦਾ 2 ਵੀ ਹੋ ਸਕਦਾ। D ਦਾ ਪਤਾ ਹੀ ਹੈ 1 ਤੋਂ ਲੈ ਕੇ 10 ਦੇ ਵਿੱਚ ਭਰੇਗਾ, ਠੀਕ ਹੈ। ਔਰ ਇੱਕ ਐਲੀਮੈਂਟ ਇਹੋ ਜਿਹਾ ਵੀ ਹੈ ਜਿਹਦੇ ਅੰਦਰ ਪਹਿਲਾਂ S ਭਰਦਾ ਹੀ ਨਹੀਂ, ਸਿੱਧੇ ਇਲੈਕਟ੍ਰੋਨ D 'ਚ ਜਾਂਦੇ ਨੇ, ਉਹ ਐਕਸੈਪਸ਼ਨਲ ਕੇਸ ਹੈ। ਇਹਦੇ ਨਾਲ ਹੀ ਨੋਟ ਬਣਾ ਕੇ ਲਿਖ ਲਓ, ਨੋਟ ਪੈਲੇਡੀਅਮ PD is the only element, palladium is the only element in which there is no electron in S subshell. Palladium is the only element in which there is no electron in S subshell. Palladium ਦੀ configuration ਕਿਹੋ ਜਿਹੀ ਹੁੰਦੀ ਹੈ, ਪੈਲੇਡੀਅਮ ਤੋਂ ਪਹਿਲਾਂ ਨੋਬਲ ਗੈਸ ਆਉਂਦੀ ਹੈ ਕ੍ਰਿਪਟੋਨ 36, ਫਿਰ ਇਸ ਤੋਂ ਬਾਅਦ ਹੁੰਦਾ ਹੈ 4D10 5s0। ਦੇਖੋ S 'ਚ ਇੱਕ ਵੀ ਇਲੈਕਟ੍ਰੋਨ ਨਹੀਂ ਭਰਿਆ, S ਪਹਿਲਾਂ ਭਰਨਾ ਚਾਹੀਦਾ ਨਾ, ਪਰ S 'ਚ ਇੱਕ ਵੀ ਇਲੈਕਟ੍ਰੋਨ ਨਹੀਂ ਭਰਿਆ, ਸਿੱਧਾ ਹੀ D 'ਚ ਭਰ ਗਏ ਤਾਂ 5s0 4D10। ਇਹ ਬਹੁਤ ਹੀ ਜ਼ਿਆਦਾ ਐਕਸੈਪਸ਼ਨਲ ਕੇਸ ਹੈ, ਠੀਕ ਹੈ। ਅਦਰਵਾਈਜ਼ ਸਾਰੇ D ਬਲੌਕ ਦੇ ਅੰਦਰ S ਮੈਕਸੀਮਮ ਕੇਸਿਸ 'ਚ S2 ਹੋਏਗਾ, ਕਿਉਂਕਿ S ਭਰੇਗਾ ਤਾਂ ਹੀ D 'ਚ ਜਾਏਗਾ। ਕੁਝ ਕੇਸਿਸ 'ਚ ਐਕਸੈਪਸ਼ਨਲ ਕੇਸਿਸ 'ਚ ਇੱਕ ਅੱਧਾ ਇਲੈਕਟ੍ਰੋਨ S 'ਚੋਂ D 'ਚ ਜੰਪ ਕਰ ਦੇਗਾ, ਪਰ ਕੁਝ ਕੇਸਿਸ 'ਚ, ਠੀਕ ਹੈ। ਇੱਕ ਗੱਲ ਹੋਰ ਨੋਟ ਕਰੋ, ਦੇਖੋ ਮੈਂ ਲਿਖਿਆ D ਨੂੰ ਪਹਿਲਾਂ ਹੈ, ਪਰ ਪਹਿਲਾਂ ਹਮੇਸ਼ਾ S ਭਰਦਾ, ਉਹ ਤਾਂ ਲਿਖਣ ਲਈ ਤਾਂ ਕਿ ਸਮਝਣਾ ਸੌਖਾ ਹੋਵੇ ਤਾਂ D ਨੂੰ ਪਹਿਲਾਂ ਲਿਖਿਆ ਜਾਂਦਾ। ਐਕਚੁਅਲ 'ਚ S ਪਹਿਲਾਂ ਭਰਦਾ ਤਾਂ NS ਅੱਗੇ ਆਉਣਾ ਚਾਹੀਦਾ, N-1D ਬਾਅਦ 'ਚ ਆਉਣਾ ਚਾਹੀਦਾ, ਪਰ ਤੁਹਾਨੂੰ ਅੱਗੇ ਜਾ ਕੇ ਸਮਝ ਆ ਜਾਏਗਾ ਮੈਂ ਐਵੇਂ ਕਿਉਂ ਲਿਖਿਆ, ਠੀਕ ਹੈ। ਨੋਟ ਕਰੋ ਫਟਾਫਟ। ਅੱਛਾ, D ਬਲੌਕ ਸਾਰੇ ਮੈਟਲਸ ਹੁੰਦੇ ਨੇ, ਜਿਵੇਂ S ਬਲੌਕ ਸਾਰਾ ਮੈਟਲਸ ਹੁੰਦਾ, ਪਰ S ਬਲੌਕ ਵਾਲੇ ਮੈਟਲ ਸੌਫਟ ਹੁੰਦੇ ਨੇ, ਹਲਕੇ ਹੁੰਦੇ ਨੇ। D ਬਲੌਕ ਵਾਲੇ ਮੈਟਲ ਹਾਰਡ ਹੁੰਦੇ ਨੇ ਔਰ ਹੈਵੀ ਹੁੰਦੇ ਨੇ, ਠੀਕ ਹੈ। ਇਹ ਵੀ ਲਿਖ ਲਓ ਪੁਆਇੰਟ, ਅੱਗੇ ਲਿਖੋ D ਬਲੌਕ ਐਲੀਮੈਂਟਸ ਆਰ ਮੈਟਲਸ, D block elements are metals with high melting and boiling points. D block elements are metals with high melting and boiling points. अगला पॉइंट भी लिख लो, D block elements are solid in nature. ਮੈਟਲਸ ਮੈਕਸਿਮਮ ਸੋਲਿਡ ਹੀ ਰਹਿੰਦੇ ਨੇ। ਡੀ ਬਲੌਕ ਐਲੀਮੈਂਟਸ ਆਰ ਸੋਲਿਡ ਇਨ ਨੇਚਰ, ਬ੍ਰੈਕਟ 'ਚ ਲਿਖ ਲਓ ਐਕਸੈਪਟ Hg, ਐਕਸੈਪਟ Hg। ਮਰਕਰੀ ਇਹੋ ਜਿਹਾ ਐਲੀਮੈਂਟ ਹੈ ਜਿਹੜਾ ਲਿਕੁਇਡ ਹੁੰਦਾ ਡੀ ਬਲੌਕ ਦਾ, ਵੈਸੇ ਡੀ ਬਲੌਕ ਦੇ ਸਾਰੇ ਐਲੀਮੈਂਟ ਸੋਲਿਡ ਹੀ ਹੁੰਦੇ ਨੇ, ਮਰਕਰੀ ਇਹੋ ਜਿਹਾ ਜਿਹੜਾ ਲਿਕੁਇਡ ਹੈ, ਐਕਸੈਪਟ Hg। ਹੁਣ ਅਗਰ S ਬਲੌਕ ਨਾਲ ਕੰਪੇਅਰ ਕਰੋ, S ਬਲੌਕ ਦੇ ਐਲੀਮੈਂਟ ਦੀ ਵੈਲੈਂਸੀ ਫਿਕਸ ਸੀਗੀ, ਜਿਵੇਂ ਸੋਡੀਅਮ ਤੇ ਹਮੇਸ਼ਾ ਹੀ +1 ਚਾਰਜ ਹੋਏਗਾ, ਕੈਲਸ਼ੀਅਮ ਤੇ ਹਮੇਸ਼ਾ ਹੀ +2 ਚਾਰਜ ਹੋਏਗਾ, ਐਲੂਮੀਨੀਅਮ ਤੇ ਗਰੁੱਪ 1-2 ਦੀ ਗੱਲ ਕਰ ਰਹੇ ਹਾਂ, ਲੀਥੀਅਮ ਤੇ ਹਮੇਸ਼ਾ ਹੀ +1 ਚਾਰਜ ਹੋਏਗਾ, ਪੋਟਾਸ਼ੀਅਮ ਤੇ ਹਮੇਸ਼ਾ ਹੀ +1 ਹੋਏਗਾ, ਉਹਨਾਂ ਦੀ ਵੈਲੈਂਸੀ ਫਿਕਸ ਹੈ। ਪਰ ਜਿਹੜੇ ਡੀ ਬਲੌਕ ਦੇ ਐਲੀਮੈਂਟ ਨੇ ਨਾ, ਇਹਨਾਂ ਦੀ ਵੈਲੈਂਸੀ ਫਿਕਸ ਨਹੀਂ ਹੁੰਦੀ, ਇਹਨਾਂ ਦੀ ਵੈਲੈਂਸੀ ਬਦਲਦੀ ਰਹਿੰਦੀ ਹੈ ਸਿਚੁਏਸ਼ਨ ਦੇ ਹਿਸਾਬ ਨਾਲ। ਹੁਣ ਤੁਸੀਂ ਵੈਸੇ ਐਗਜ਼ਾਮਪਲ ਲੈ ਲਓ, ਫੈਰਸ ਹੈ, ਆਇਰਨ ਹੈ, ਆਇਰਨ ਦੇ ਉੱਤੇ +2 ਚਾਰਜ ਵੀ ਹੁੰਦਾ, +3 ਚਾਰਜ ਵੀ ਹੁੰਦਾ, ਉਹਦੀ ਕੋਈ ਵੈਲੈਂਸੀ ਫਿਕਸ ਨਹੀਂ ਹੈ। ਕਾਪਰ ਦੇ ਉੱਤੇ +1 ਵੀ ਹੁੰਦਾ, +2 ਵੀ ਹੁੰਦਾ, ਉਹਦੀ ਕੋਈ ਵੈਲੈਂਸੀ ਫਿਕਸ ਨਹੀਂ ਹੈ। ਤਾਂ ਡੀ ਬਲੌਕ ਦੇ ਐਲੀਮੈਂਟਸ ਦੀ ਵੈਲੈਂਸੀ ਚੇਂਜ ਹੁੰਦੀ ਰਹਿੰਦੀ ਹੈ, ਡਿਪੈਂਡ ਕਰਦੇ ਕਿਹਦੇ ਨਾਲ ਜੁੜ ਰਹੇ ਨੇ। ਅੱਗੇ ਲਿਖੋ, ਇਹ ਪੁਆਇੰਟ ਹੀ ਹੈ, ਦੇ ਸ਼ੋ ਵੇਰੀਏਬਲ ਵੈਲੈਂਸੀ, they show variable valency. Next point, they act as good catalyst, they
act as good catalyst. लिखो they are colorful in nature. They act as good catalyst. They are colorful in nature. डी ब्लॉक ਦੇ ਜ਼ਿਆਦਾਤਰ कंपाउंड या एलिमेंट्स कलर शो करते हैं, ठीक है ना. दे आर कलरफुल इन नेचर. लास्ट लिखो एफ ब्लॉक. ਤੁਹਾਨੂੰ ਸਕੂਲ 'ਚ ਇੱਕ ਇੱਕ ਮਾਰਕ ਦਾ ਕੁਐਸਚਨ ਜ਼ਰੂਰ ਆ ਜਾਂਦਾ ਹੁੰਦਾ ਵੀ एस ब्लॉक की जनरल कॉन्फिगरेशन, पी ब्लॉक की जनरल कॉन्फिगरेशन, एफ ब्लॉक की जनरल कॉन्फिगरेशन. तो जनरल कॉन्फिगरेशन रटी पई होनी चाहिए है, ठीक है. एफ ब्लॉक लिखो माड़ा जा. when outermost comma penultimate, when outermost penultimate and anti-penultimate shells, when outermost penultimate and anti-penultimate shells are incompletely filled, and differentiating electron enters into F subshell. Differentiating electrons enters into F subshell of anti-penultimate shell, comma, then elements are known as F block elements. Then elements are known as F block elements. आगे लिखो F block contain two series. F block contains two series. फोर एफ सीरीज. एफ ब्लॉक के अंदर तुसी देखा होना एफ ब्लॉक पीरियोडिक टेबल तो बाहर हुंदा और इस तरह नाल इहदे अंदर दो सीरीज हुंदियां ने. जिवें आ सारा पीरियोडिक टेबल है ना, इस तरह नाल अपना पीरियोडिक टेबल बनया होया है. तो छोटा जिहा एक ब्लॉक बाहर कढ़िया होया है. इहदे विच एवें एवें हॉरिजॉन्टल दो सीरीज हुंदियां ने. उपर वाली सीरीज नूं बोलदे ने 4F सीरीज, ऑब्वियसली क्योंकि इहदे लास्ट 'च 4F भरदा. नीचे वाली सीरीज नूं बोलदे ने 5F सीरीज, ठीक है. तो आगे लिख लो F block contain two series, 4F series and 5F series. ठीक है. अगली लाइन च लिखो 4F series is also known as 4F series is also known as आ जी उपर वाली सीरीज है यदा एक होर नाम भी होंगे, ये भी तुम 10th च पढ़िया होना. इनू कहते हैं लेंथेनॉइड सीरीज, ठीक है. 4F सीरीज इज ऑल्सो नोन एज लेंथेनॉइड सीरीज एंड 5F सीरीज इज ऑल्सो नोन एज एक्टिनॉइड सीरीज. आ दो चीज़ा भी याद रखनिया ने. 4F सीरीज नू लेंथेनॉइड, इन्हें लेंथेनॉइड भी लिख देंगे, लेंथेनाइड भी लिख देंगे, NIDE. दोनों बहुत सारी बुक्स इस तरह मैंशन कर दिया ने, कई बुक्स दूसरी तरह, दोनों ही यूज कर सकते तुसी. लेंथेनॉइड सीरीज एंड एक्टिनॉइड सीरीज. 4F सीरीज होंगी है लेंथेनॉइड, 5F सीरीज होंगी है एक्टिनॉइड. आगे लिखो दे आर प्लेस्ड एट बॉटम ऑफ द पीरियोडिक टेबल. दे आर प्लेस्ड एट bottom of periodic table. आगे लिखो
They are metals showing variable valency. They are metals showing variable valency. ਇਹਦੀ ਕਨਫੀਗਰੇਸ਼ਨ ਲਿਖ ਲਓ, ਜਨਰਲ ਕਨਫੀਗਰੇਸ਼ਨ। ਹੁਣ ਜੇ ਤੁਹਾਨੂੰ ਯਾਦ ਹੋਏ ਤਾਂ ਮੈਂ ਦੱਸਿਆ ਸੀਗਾ ਵੀ ਜਿਹੜਾ ਪੀਰੀਅਡ ਨੰਬਰ ਹੁੰਦਾ ਹੈ ਐਫ ਬਲੋਕ ਉਸ ਤੋਂ 2 ਘੱਟ ਭਰਦਾ ਹੈ ਨਾ। ਤਾਂ ਅਗਰ 5th ਪੀਰੀਅਡ ਚੱਲ ਰਿਹਾ ਤਾਂ 3F ਹੁੰਦਾ ਨਹੀਂ ਓਬਵੀਅਸਲੀ, ਇਸੇ ਕਰਕੇ ਐਫ ਬਲੋਕ 5th ਪੀਰੀਅਡ ਤੋਂ ਨਹੀਂ ਸਟਾਰਟ ਕਰਦਾ। ਮੰਨ ਲਓ ਮੇਰੇ ਕੋਲ 6th ਪੀਰੀਅਡ ਚੱਲ ਰਿਹਾ ਤਾਂ 4F, 7th ਪੀਰੀਅਡ ਚੱਲ ਰਿਹਾ ਤਾਂ 5F ਹੈ ਨਾ। ਤਾਂ F 2 ਛੋਟਾ ਭਰੇਗਾ। ਤਾਂ ਇਹਦੀ ਜਨਰਲ ਕਨਫੀਗਰੇਸ਼ਨ ਕੀ ਹੈ, ਇਹਦੀ ਜਨਰਲ ਕਨਫੀਗਰੇਸ਼ਨ ਲਿਖੋ ਫਟਾਫਟ। ਸਭ ਤੋਂ ਪਹਿਲਾਂ ਤਾਂ ਉਹੀ ਪਿਛਲੀ ਇਨਰਟ ਗੈਸ N-2F14, N ਉਹੀ ਪੀਰੀਅਡ ਨੰਬਰ, ਜੇ 5ਵਾਂ ਪੀਰੀਅਡ ਹੈ ਤਾਂ 3F, ਮਤਲਬ ਸੌਰੀ ਜੇ 6ਵਾਂ ਪੀਰੀਅਡ ਹੈ ਤਾਂ 4F, ਠੀਕ ਹੈ। 7ਵਾਂ ਪੀਰੀਅਡ ਹੈ ਤਾਂ 5F, 7 - 2 5 ਹੋ ਜਾਏਗਾ। ਉਸ ਤੋਂ ਬਾਅਦ N-1D012 NS1,2 फटाफट नोट करो। N-2F14, N-1D 0 भी हो सकता है, 1 भी हो सकता है, 2 भी हो सकता है, NS1,2 ठीक है। ਹੁਣ ਨਾ ਮੈਂ ਇੱਕ ਚੀਜ਼ ਹੋਰ ਸਮਝਾਉਣਾ, ਨੋਟ ਨਹੀਂ ਕਰਨਾ, ਇੱਕ ਵਾਰੀ ਬਸ ਦੇਖ ਲਓ। ਹੁਣ ਅਗਰ ਤੁਹਾਨੂੰ ਪਤਾ ਹੈ ਤਾਂ ਜਿਵੇਂ ਆ ਦੇਖੋ, ਆ ਮੇਰੇ ਕੋਲ 4th ਪੀਰੀਅਡ ਹੈ, 5th ਪੀਰੀਅਡ ਹੈ, 6th ਪੀਰੀਅਡ ਹੈ, ਇਸ ਤਰ੍ਹਾਂ ਨਾਲ ਬਣੇ ਹੋਏ ਨੇ ਪੀਰੀਅਡ, ਠੀਕ ਹੈ। ਹੁਣ ਨਾ ਇੱਥੋਂ ਐਫ ਬਲੋਕ ਚੱਕ ਕੇ ਬਾਹਰ ਰੱਖਿਆ ਹੋਇਆ ਹੈ, ਠੀਕ ਹੈ। ਤਾਂ ਦੇਖੋ ਮਾੜਾ ਜਿਹਾ ਵੀ ਐਫ ਬਲੋਕ ਭਰਨ ਤੋਂ ਪਹਿਲਾਂ ਐਸ ਭਰਨਾ ਚਾਹੀਦਾ। ਪਹਿਲਾਂ ਐਸ ਭਰੇਗਾ, ਫਿਰ ਐਫ ਭਰੇਗਾ, ਫਿਰ ਕਿਹੜਾ ਭਰੇਗਾ, ਡੀ ਭਰੂਗਾ, ਫਿਰ ਪੀ ਭਰੂਗਾ। ਤਾਂ ਰੂਲ ਇਹ ਹੋਣਾ ਚਾਹੀਦਾ ਵੀ ਪਹਿਲਾਂ ਐਸ ਭਰੇ, ਐਸ ਤਾਂ ਸੇਮ ਪੀਰੀਅਡ ਦਾ ਹੀ ਹੁੰਦਾ, ਯਾਨੀ ਕਿ NS ਆ ਪਿਆ। ਫਿਰ ਐਫ ਭਰੇ, ਐਫ 2 ਛੋਟਾ ਹੁੰਦਾ ਯਾਨੀ ਕਿ N-2 F 0 to 14 ਆਏਗਾ। ਇੱਥੇ ਸੌਰੀ ਇੱਥੇ 1 to 14 ਆਏਗਾ, ਮੈਂ ਇਕੱਲਾ 14 ਲਿਖਤਾ, 1 ਤੋਂ ਲੈ ਕੇ 14 ਤੱਕ ਐਫ ਬਲੋਕ ਭਰ ਰਹੇ। ਹੁਣ ਡੀ ਨਾ ਐਫ ਤੋਂ ਬਾਅਦ ਚ ਭਰਨਾ ਚਾਹੀਦਾ, ਪਰ ਮੈਂ ਇੱਥੇ ਦੇਖੋ ਐਫ ਬਲੋਕ ਦੀ ਕਨਫੀਗਰੇਸ਼ਨ ਚ ਡੀ ਵੀ ਲਿਖਿਆ। ਉਹੀ ਅਗੇਨ ਐਕਸੈਪਸ਼ਨਲ ਕੇਸਿਸ, ਠੀਕ ਹੈ ਨਾ। ਤਾਂ ਬਹੁਤ ਸਾਰੇ ਐਕਸੈਪਸ਼ਨਲ ਕੇਸਿਸ ਨੇ, ਤਾਂ ਹੀ ਆਪਾਂ ਐਕਸੈਪਸ਼ਨਲ ਕੇਸਿਸ ਨੂੰ ਮਿਲਾ ਕੇ ਵੀ ਹੁਣ ਇੱਦਾਂ ਤਾਂ ਦੇਖੋ ਐਸ ਪੂਰਾ ਭਰਨ ਤੋਂ ਬਾਅਦ ਐਫ ਵੱਲ ਜਾਣਾ ਚਾਹੀਦਾ, ਯਾਨੀ ਕਿ S2 ਫਿਕਸ ਹੋਣਾ ਚਾਹੀਦਾ ਹੈ। ਪਰ ਕਈ ਕੇਸਿਸ 'ਚ ਐਸ ਵਾਲਾ ਇਲੈਕਟ੍ਰੋਨ ਅੱਗੇ ਜੰਪ ਕਰ ਜਾਂਦਾ ਹੈ, ਤਾਂ ਹੀ NS ਮੈਂ ਲਿਖਿਆ 1 ਵੀ ਹੋ ਸਕਦਾ, 2 ਵੀ ਹੋ ਸਕਦਾ, ਠੀਕ ਹੈ। ਆਹ ਵਾਲੀ ਕਨਫੀਗਰੇਸ਼ਨ ਪੇਪਰ 'ਚ ਲਿਖ ਦੇਣੀ ਹੈ। ਅਗਰ ਆਏਗਾ ਵੀ ਐਫ ਬਲੋਕ ਦੀ ਜਨਰਲ ਕਨਫੀਗਰੇਸ਼ਨ ਲਿਖੋ, ਪਹਿਲਾਂ ਨੋਬਲ ਗੈਸ, ਫਿਰ ਐਫ ਤਾਂ 2 ਛੋਟਾ ਹੁੰਦਾ ਤਾਂ N-2 F, ਐਫ 'ਚ ਭਰ ਰਹੇ ਹਾਂ ਤਾਂ 1 ਤੋਂ ਲੈ ਕੇ 14 ਤੱਕ, ਕਿਉਂਕਿ ਐਫ 'ਚ 1 ਤੋਂ 14 ਤੱਕ ਇਲੈਕਟ੍ਰੋਨ ਭਰਦੇ ਨੇ, ਹੈ ਨਾ। ਐਸ ਪਹਿਲਾਂ ਭਰਿਆ ਹੋਏਗਾ ਤਾਂ NS ਲਿਖਤਾ ਆਪਾਂ ਨੇ, ਕਿਉਂਕਿ ਐਸ ਤਾਂ ਸੇਮ ਪੀਰੀਅਡ ਹੀ ਭਰਦਾ। 6ਵੇਂ 'ਚ 6S ਹੀ ਭਰੇਗਾ, 7ਵੇਂ 'ਚ 7S ਭਰੇਗਾ, ਠੀਕ ਹੈ। NS ਭਰਤਾ। ਹੁਣ ਐਸ 'ਚ ਵੈਸੇ ਤਾਂ 2 ਹੋਣੇ ਚਾਹੀਦੇ ਸੀ, ਪਰ ਐਕਸੈਪਸ਼ਨਲ ਕੇਸਿਸ 1 ਵੀ ਹੋ ਸਕਦੇ, 2 ਵੀ ਹੋ ਸਕਦੇ। ਡੀ ਐਕਚੁਅਲੀ ਭਰਨਾ ਨਹੀਂ ਚਾਹੀਦਾ ਸੀ, ਪਰ ਆਪਾਂ ਫਿਰ ਵੀ ਕੁਝ ਕੇਸਿਸ 'ਚ ਡੀ 'ਚ 1 ਵੀ ਆ ਜਾਂਦਾ, 2 ਵੀ ਆ ਜਾਂਦਾ, ਵੈਸੇ ਜ਼ਿਆਦਾਤਰ 'ਚ ਡੀ 0 ਰਹੇਗਾ। ਨੋਟ ਕਰੋ ਫਟਾਫਟ ਐਕਸੈਪਸ਼ਨਲ ਕਨਫੀਗਰੇਸ਼ਨ, ਸਾਰੀ ਕਨਫੀਗਰੇਸ਼ਨ, ਜਨਰਲ ਕਨਫੀਗਰੇਸ਼ਨ। ਨੋਟ ਕਰ ਲਿਆ ਜੀ, ਲਓ ਹੈਡਿੰਗ ਲਿਖੋ ਨੈਕਸਟ। ਹੁਣ ਇਹ ਆਪਣੇ ਕੋਲ 4 ਬਲੌਕਸ ਆ ਗਏ। ਇਹ ਬਲੌਕਸ ਦੇ ਲਈ ਡੀਟੇਲ 'ਚ ਆਪਣੇ ਕੋਲ ਪੂਰੇ ਚੈਪਟਰ ਨੇ। ਸਾਡੇ ਕੋਲ ਐਸ ਬਲੌਕ ਦਾ ਇੱਕ ਪੂਰਾ ਚੈਪਟਰ ਹੈ, ਪੀ ਬਲੌਕ ਦਾ ਇੱਕ ਪੂਰਾ ਚੈਪਟਰ ਹੈ, ਠੀਕ ਹੈ। ਡੀ ਐਂਡ ਐਫ ਬਲੌਕ ਦਾ ਕੋਈ ਚੈਪਟਰ ਨਹੀਂ ਹੈ। ਡੀ ਐਂਡ ਐਫ ਬਲੌਕ ਦਾ ਤੁਹਾਨੂੰ ਚੈਪਟਰ ਆਏਗਾ +2 ਕਲਾਸ ਦੇ ਅੰਦਰ। +2 'ਚ ਡੀ ਬਲੌਕ ਵੀ ਹੈ, ਐਫ ਬਲੌਕ ਵੀ ਹੈ, ਠੀਕ ਹੈ। ਤੇ ਪੀ ਬਲੌਕ ਵੀ ਸਾਨੂੰ +1 ਦੇ ਅੰਦਰ ਸਿਰਫ ਪਹਿਲੇ 3 ਗਰੁੱਪਸ ਆਣਗੇ, ਬਾਕੀ ਪੀ ਬਲੌਕ ਦੇ 3 ਗਰੁੱਪਸ +2 'ਚ ਨੇ, ਠੀਕ ਹੈ। ਤਾਂ ਆਪਾਂ ਇਹਨਾਂ ਨੂੰ ਬਹੁਤ ਡਿਟੇਲ 'ਚ ਨਹੀਂ ਪੜਾਂਗੇ, ਐਸ ਬਲੌਕ ਨੂੰ, ਪੀ ਬਲੌਕ ਨੂੰ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਪੜ੍ਹਨ ਦੀ ਜ਼ਰੂਰਤ ਨਹੀਂ ਹੈ। ਆਪਾਂ ਚੈਪਟਰ 'ਚ ਅੱਗੇ ਮੂਵ ਕਰਦੇ ਹਾਂ। ਹੁਣ ਦੇਖੋ ਕੁਝ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਚੈਪਟਰ 'ਚ ਬਾਰ-ਬਾਰ ਯੂਜ਼ ਹੋਣਗੀਆਂ, ਜਿਹੜੀਆਂ ਬਿਲਕੁਲ ਨਵੀਆਂ ਨੇ, ਤੁਸੀਂ ਪਹਿਲਾਂ ਨਹੀਂ ਪੜ੍ਹੀਆਂ ਹੋਈਆਂ। ਤਾਂ ਪਹਿਲਾਂ ਆਪਾਂ ਉਹ ਟਰਮਸ ਡਿਸਕਸ ਕਰ ਲੈਂਦੇ ਹਾਂ, ਠੀਕ ਹੈ। ਬਿਲਕੁਲ ਨਵੀਆਂ ਟਰਮਸ ਨੇ, ਉਹਨਾਂ ਦਾ ਮਤਲਬ ਤੁਹਾਨੂੰ ਹੁਣੀ ਸਮਝ ਆਏਗਾ, ਤਾਂ ਜਦੋਂ ਬਾਰ-ਬਾਰ ਯੂਜ਼ ਕਰਾਂਗੇ ਤੁਹਾਨੂੰ ਪਤਾ ਹੋਏਗਾ। ਤਾਂ ਹੈਡਿੰਗ ਲਿਖ ਲਓ ਜਨਰਲ ਟਰਮਸ related to periodic table. General terms related to
ਪੀਰੀਓਡਿਕ ਟੇਬਲ। ਠੀਕ ਹੈ, ਇਹਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਲਿਖੋ नॉर्मल और नॉर्मल या फिर रिप्रेजेंटेटिव एलिमेंट। नॉर्मल या फिर रिप्रेजेंटेटिव एलिमेंट्स। ठीक है, ਇਹਦੇ ਵਿੱਚ ਕੀ ਹੈ, ਜਿਹੜੇ S ਬਲੌਕ ਔਰ P ਬਲੌਕ ਦੇ ਐਲੀਮੈਂਟਸ ਹੁੰਦੇ ਨੇ ਇਹਨਾਂ ਨੂੰ ਇਕੱਠੇ ਨਾਰਮਲ ਐਲੀਮੈਂਟਸ ਜਾਂ ਫਿਰ ਰਿਪਰੈਜ਼ੈਂਟੇਟਿਵ ਐਲੀਮੈਂਟਸ ਬੋਲਿਆ ਜਾਂਦਾ ਹੈ। ਇੱਕ ਖਾਸ ਗੱਲ, ਇਹਦੇ ਚ ਨੋਬਲ ਗੈਸ ਨੂੰ ਨਹੀਂ ਰਿਪਰੈਜ਼ੈਂਟੇਟਿਵ ਬੋਲਦੇ ਨੇ, ਹਾਲਾਂਕਿ ਨੋਬਲ ਗੈਸ P ਬਲੌਕ ਦਾ ਇੱਕ ਪਾਰਟ ਹੈ, ਬਟ ਨੋਬਲ ਗੈਸ ਨੂੰ ਛੱਡ ਕੇ ਗਰੁੱਪ ਨੰਬਰ 1, ਗਰੁੱਪ ਨੰਬਰ 2, ਗਰੁੱਪ ਨੰਬਰ 13, 14, 15, 16, 17 ਇਹਨਾਂ ਨੂੰ ਨਾਰਮਲ ਜਾਂ ਫਿਰ ਰਿਪਰੈਜ਼ੈਂਟੇਟਿਵ ਐਲੀਮੈਂਟਸ ਵੀ ਬੋਲਿਆ ਜਾਂਦਾ ਹੈ। ठीक है, ऑब्जेक्टिव च भी बन जाता क्वेश्चन भी विच ऑफ द फॉलोइंग इज अ रिप्रेजेंटेटिव एलीमेंट। तो जेड़ा भी इस ग्रुप नंबर 1, 2 या 13, 14, 15, 16, 17 ਨੂੰ बिलोंग करेगा ਉਹਨੂੰ नॉर्मल या फिर रिप्रेजेंटेटिव एलीमेंट बोलिया जाएगा। ठीक है, लिखो माड़ा जिहा ਇਹਦੇ बारे। S and P block elements, S and P block elements brackets except inert gas। S and P block elements brackets लिखो except inert gas are known as normal or representative elements। S and P block elements are known as normal or representative एलिमेंट्स। ਇਹ नोबल गैस ਨੂੰ इग्नोर कर दो। ठीक है, बाकी ਜਿਹੜੇ ग्रुप ने वो सारे इकट्ठे रिप्रेजेंटेटिव एलिमेंट बोलते हैं। ठीक है जी, आई होप याद कर ले होने तुसी एक या दो ग्रुप। चलो सैकेंड लिखते हैं टिपिकल एलिमेंट्स। टिपिकल एलिमेंट्स ਹੁਣ ਨਾ ਟਿਪੀਕਲ ਐਲੀਮੈਂਟਸ ਕੀ ਹੁੰਦੇ ਨੇ। ਹੁਣ ਮੈਂ ਇੱਕ ਗੱਲ ਧਿਆਨ ਨਾਲ ਸੁਣੋ, ਮੰਨ ਲਓ ਮੈਂ ਨਾ ਗਰੁੱਪ ਮੈਂ ਫਾਸਫੋਰਸ ਦੀਆਂ ਜਾਂ ਚਲੋ ਇੱਦਾਂ ਮੰਨੋ ਮੈਂ ਆਰਸੈਨਿਕ ਦੀਆਂ ਪ੍ਰੋਪਰਟੀਜ਼ ਸਟੱਡੀ ਕਰਨਾ ਚਾਹੁੰਦਾ। ਠੀਕ ਹੈ, ਹੁਣ ਆਰਸੈਨਿਕ ਗਰੁੱਪ ਨੰਬਰ 15 ਦਾ ਐਲੀਮੈਂਟ ਹੈ, ਤਾਂ ਮੈਂ ਆਰਸੈਨਿਕ ਦੀਆਂ ਪ੍ਰੋਪਰਟੀ ਸਟੱਡੀ ਕਰਨ ਦੇ ਲਈ ਕੀ ਕਰੂੰਗਾ, ਹੁਣ ਗਰੁੱਪ ਦੇ ਅੰਦਰ ਸਾਰੇ ਐਲੀਮੈਂਟਸ ਦੀਆਂ ਪ੍ਰੋਪਰਟੀਜ਼ ਇੱਕੋ ਵਰਗੀਆਂ ਹੁੰਦੀਆਂ ਨੇ, ਤਾਂ ਹੀ ਉਹਨਾਂ ਨੂੰ ਗਰੁੱਪ 'ਚ ਰੱਖਿਆ ਜਾਂਦਾ ਹੈ। ਉਹ ਆਪਣੇ ਆਪ ਹੀ ਗਰੁੱਪ 'ਚ ਤਾਂ ਹੀ ਫਿੱਟ ਹੁੰਦੇ ਨੇ, ਉਹਨਾਂ ਦੀ ਪ੍ਰੋਪਰਟੀਜ਼ ਮਿਲਦੀਆਂ ਜੁਲਦੀਆਂ ਹੁੰਦੀਆਂ ਨੇ। ਠੀਕ ਹੈ, ਹੁਣ ਮੈਂ ਗਰੁੱਪ ਨੰਬਰ 15 ਦੀ ਟੌਪ ਐਲੀਮੈਂਟ ਚੱਕ ਲੂੰਗਾ। ਟੌਪ ਐਲੀਮੈਂਟ ਕੌਣ ਹੈ ਗਰੁੱਪ ਨੰਬਰ 15 'ਚ? ਟੌਪ ਐਲੀਮੈਂਟ ਹੈ ਨਾਈਟ੍ਰੋਜਨ, ਪਰ ਨਾਈਟ੍ਰੋਜਨ ਨੂੰ ਛੱਡ ਕੇ ਉਸ ਤੋਂ ਜਸਟ ਨੀਚੇ ਵਾਲਾ ਯਾਨੀ ਕਿ ਫਾਸਫੋਰਸ। ਮੈਂ ਫਾਸਫੋਰਸ ਦੀਆਂ ਪ੍ਰੋਪਰਟੀਜ਼ ਜੇ ਮੈਨੂੰ ਪਤਾ ਹੋਣਗੀਆਂ, ਉਹ ਆਪਣੇ ਆਪ ਹੀ ਸਾਰੀ ਗਰੁੱਪ ਦੀਆਂ ਪ੍ਰੋਪਰਟੀਜ਼ ਉਦਾਂ ਦੀਆਂ ਹੀ ਹੁੰਦੀਆਂ ਨੇ। ठीक है ना, तो ਜਿਹੜੇ ਵੀ ਗਰੁੱਪ ਦਾ ਟੌਪ ਐਲੀਮੈਂਟ ਦੀਆਂ ਜਿਹੇ ਜਿਹੀਆਂ ਪ੍ਰੋਪਰਟੀਜ਼ ਨੇ, ਬਾਕੀ ਸਾਰੇ ਗਰੁੱਪ ਦੀਆਂ ਪ੍ਰੋਪਰਟੀਜ਼ ਵੀ ਉਦਾਂ ਦੀਆਂ ਹੀ ਹੁੰਦੀਆਂ ਨੇ। ਤਾਂ ਐਵੇਂ ਦੇ ਟੌਪ ਵਾਲੇ ਐਲੀਮੈਂਟ ਨੂੰ ਬੋਲਿਆ ਜਾਂਦਾ ਹੈ ਟਿਪੀਕਲ ਐਲੀਮੈਂਟ। ਹੁਣ ਇਹਦੇ 'ਚ ਇੱਕ ਖਾਸ ਗੱਲ ਹੈ, ਜੇ ਤੁਸੀਂ ਟੌਪ ਹਰ ਇੱਕ ਦਾ ਆਪਾਂ ਪੀਰੀਅਡ ਨੰਬਰ 1 ਨੂੰ ਇਗਨੋਰ ਮਾਰੋ, ਹਾਈਡਰੋਜਨ ਔਰ ਹੀਲੀਅਮ ਨੂੰ, ਕਿਉਂਕਿ ਉਹ ਤਾਂ ਮੈਕਸਿਮਮ ਗਰੁੱਪਸ 'ਚ ਤਾਂ ਉਹ ਹੈ ਹੀ ਨਹੀਂ ਗਏ ਨਾ। ਪੀਰੀਅਡ ਨੰਬਰ 2 ਚੱਕੋ, ਪੀਰੀਅਡ ਨੰਬਰ 2 'ਚ ਕੌਣ ਆਉਂਦਾ? ਲਿਥੀਅਮ, ਬੈਰੀਲੀਅਮ ਐਸ ਬਲੌਕ ਦੇ ਅੰਦਰ। ਪੀ ਬਲੌਕ 'ਚ बोरान, कार्बन, नाइट्रोजन, ऑक्सीजन, फ्लोरीन, नियॉन। सही है ना। हुण कहने का मतलब भी ਜਿਹੜਾ अगर ग्रुप नंबर 13 की प्रॉपर्टी स्टडी करनी है तो बोरान की स्टडी कर लो, ग्रुप नंबर 14 की स्टडी करनी है तो कार्बन की स्टडी कर लो, ग्रुप नंबर 15 की स्टडी करनी है तो नाइट्रोजन की स्टडी कर लो। टॉप का एलीमेंट चक लो, पर ये एक छोटी जी प्रॉब्लम है। ਜਿਹੜਾ पीरीयड नंबर 2 है, ਜਿਹੜਾ हर एक ग्रुप का टॉप वाला एलीमेंट है, ये बाकी ग्रुप के नालों ना थोड़ा जा अलग होंदा है। ठीक है, ये क्यों अलग होंदा है ये आपां इस ब्लॉक पी ब्लॉक च बहुत डिटेल च पढ़ांगे। ठीक है, वो सारा चैप्टर ही है इस एदा ग्रुप्स ते जिवें मैं पहले ही दस्सिया। ठीक है, पर जिहड़ा टॉप दा एलीमेंट है, जिहड़ा सब तो टॉप ते है, वो थोड़ा जा बाकी ग्रुप नालों अलग होंदा है। छोटा जा, एक तां वो ज़्यादा ही छोटा होंदा है, तुहानूं इन्ना पता होना ना, 10th च पढ़िया होना, टॉप टू बॉटम साइज़ वधदा जांदा है, तां टॉप वाला सब तो ज़्यादा वो कुछ ज़्यादा ही छोटा हो जाता है। तो ज़्यादा ही छोटा होने करके ना बड़ी सारी प्रॉपर्टीज़ उहदियां बदल जांदियां ने।
ठीक है ना। तो इस करके आप टॉप का एलीमेंट पीरीयड नंबर 2 के एलीमेंट ਨੂੰ नहीं मानते, ਅਸੀਂ ਮੰਨਦੇ ਆ पीरीयड नंबर 3 के एलीमेंट ਨੂੰ। हालांकि ग्रुप पीरीयड 2 तो ही शुरू हो रहा है, ਹੁਣ ਜਿਵੇਂ ग्रुप नंबर 13 है वो बोरॉन तो शुरू हो रहा है, पर ਅਸੀਂ बोरॉन ਨੂੰ टिपिकल एलीमेंट नहीं बोलते। बोरॉन तो नीचे वाला, बोरॉन तो नीचे कौन है, एल्यूमीनियम, ਅਸੀਂ एल्यूमीनियम ਨੂੰ टिपिकल एलीमेंट बोलते हैं। अगला चक्को ग्रुप नंबर 14 च टॉप ते है कार्बन, ਅਸੀਂ ਕਾਰਬਨ ਨੂੰ ਟਿਪੀਕਲ ਐਲੀਮੈਂਟ ਨਹੀਂ ਬੋਲਦੇ, ਅਸੀਂ ਕਾਰਬਨ ਦੇ ਨੀਚੇ ਸਿਲੀਕਨ ਨੂੰ ਟਿਪੀਕਲ ਐਲੀਮੈਂਟ ਬੋਲਦੇ ਹਾਂ, ਕਿਉਂਕਿ ਟੌਪ ਵਾਲੇ ਦੀ ਪ੍ਰੋਪਰਟੀਜ਼ ਥੋੜੀਆਂ ਜਿਹੀਆਂ ਡਿਫਰੈਂਟ ਹੁੰਦੀਆਂ ਨੇ। ਤਾਂ ਜਿਹੜੇ ਪੀਰੀਅਡ 3 ਵਾਲੇ ਐਲੀਮੈਂਟ ਨੇ ਇਹਨਾਂ ਨੂੰ ਬੋਲਿਆ ਜਾਂਦਾ ਟਿਪੀਕਲ ਐਲੀਮੈਂਟ। ਪੀਰੀਅਡ 2 ਨੂੰ ਕਿਉਂ ਨਹੀਂ ਬੋਲਿਆ ਜਾਂਦਾ ਸਰ, ਟੌਪ ਤੇ ਤਾਂ ਪੀਰੀਅਡ 2 ਹੈ, ਜਿਵੇਂ ਮੈਂ ਦੱਸਿਆ ਵੀ ਉਹਦੇ ਬਾਰੇ ਬਹੁਤ ਡਿਟੇਲ 'ਚ ਪੜਾਂਗੇ। ਹਲੇ ਸਿਰਫ ਇੰਨਾ ਕੁ ਯਾਦ ਰੱਖੋ ਕਿ ਉਹ ਜ਼ਿਆਦਾ ਹੀ ਛੋਟਾ ਹੋਣ ਕਰਕੇ ਉਹਦੀਆਂ ਪ੍ਰੋਪਰਟੀਜ਼ ਬਦਲ ਜਾਂਦੀਆਂ ਨੇ, ठीक है। तो इस करके आप पीरीयड 2 ਨੂੰ इग्नोर मार के पीरीयड 3 ਨੂੰ ਮੰਨ ਕੇ ਚੱਲਦੇ ਆ ਵੀ ਹਰ ਗਰੁੱਪ ਦੀ ਜਿਹੜੀ ਵੀ ਪ੍ਰੋਪਰਟੀ ਚੈੱਕ ਕਰਨੀ ਹੈ, ਪੀਰੀयड 3 ਦਾ ਐਲੀਮੈਂਟ ਉਹ ਗਰੁੱਪ ਵਾਲਾ ਚੱਕ ਲਓ, ਉਹ ਤੁਹਾਨੂੰ ਸਾਰੇ ਗਰੁੱਪ ਦੀਆਂ ਪ੍ਰੋਪਰਟੀਜ਼ ਦੱਸ ਦੇਗਾ, ਠੀਕ ਹੈ ਨਾ। ਤਾਂ ਇਹਦੇ ਬਾਰੇ ਲਿਖਿਓ ਮਾੜਾ ਜਿਹਾ ਟਿਪੀਕਲ ਐਲੀਮੈਂਟਸ ਬਾਰੇ। ਦ ਐਲੀਮੈਂਟਸ ਆਫ ਥਰਡ ਪੀਰੀयड, ਦ ਐਲੀਮੈਂਟਸ ਆਫ ਥਰਡ ਪੀਰੀयड ਅਗੇਨ ਇਹ ਚੋਂ ਨੋਬਲ ਗੈਸ ਕੱਢ ਕੇ ਚੱਲੋ, ਬ੍ਰੈਕਟ 'ਚ ਲਿਖ ਲਓ ਐਕਸੈਪਟ ਨੋਬਲ ਗੈਸ ਜਾਂ ਇਨਰਟ ਗੈਸ। ਇਨਰਟ ਗੈਸ ਨੂੰ ਬਾਰ-ਬਾਰ ਇਦਾਂ ਕੱਢ ਰਹੇ ਕਿਉਂਕਿ ਇਨਰਟ ਗੈਸ ਦੀਆਂ ਪ੍ਰੋਪਰਟੀਜ਼ ਨਾ ਐਕਚੁਅਲ 'ਚ ਬਿਲਕੁਲ ਹੀ ਯੂਨੀਕ ਨੇ। ਇਨਰਟ ਗੈਸ ਨਾ ਤਾਂ ਕਿਸੇ ਨਾਲ ਰਿਐਕਟ ਕਰਦੀਆਂ ਨੇ, ਤਾਂ ਐਵੇਂ ਰਿਐਕਸ਼ਨ ਵਗੈਰਾ ਵਾਲੇ ਮਾਮਲੇ 'ਚ ਉਹਨਾਂ ਦਾ ਜ਼ਿਆਦਾ ਕੋਈ ਰੋਲ ਹੈ ਨਹੀਂ, ਤਾਂ ਇਸ ਕਰਕੇ ਆਪਾਂ ਇਨਰਟ ਗੈਸ ਨੂੰ ਇਗਨੋਰ ਹੀ ਕਰਕੇ ਚੱਲਦੇ ਹਾਂ, ਠੀਕ ਹੈ। ਤਾਂ ਇਹ 'ਚ ਲਿਖੋ ਟਿਪੀਕਲ ਐਲੀਮੈਂਟਸ, ਐਲੀਮੈਂਟਸ ਆਫ ਥਰਡ ਪੀਰੀਅਡ ਬ੍ਰੈਕਟ 'ਚ ਲਿਖ ਲਿਓ ਐਕਸੈਪਟ ਇਨਰਟ ਗੈਸ shows respective properties of their groups. Elements of third period show respective property of their groups. Therefore, they are known as typical elements. Therefore, they are known as typical elements. ਹੁਣ ਕਿਹੜੇ ਕਿਹੜੇ ਹੋਣਗੇ ਟਿਪੀਕਲ ਐਲੀਮੈਂਟ, ਬਸ ਪੀਰੀਅਡ ਨੰਬਰ 3 ਸੋਚ ਲਓ ਕੀ ਹੁੰਦਾ। ਪੀਰੀਅਡ ਨੰਬਰ 3 ਪਹਿਲਾਂ ਸੋਡੀਅਮ, ਮੈਗਨੀਸ਼ੀਅਮ, ਐਲੂਮੀਨੀਅਮ, ਸਿਲੀਕਨ, ਫਾਸਫੋਰਸ, ਸਲਫਰ, ਕਲੋਰੀਨ, ਆਰਗਨ, ਸੌਰੀ ਆਰਗਨ ਇਗਨੋਰ ਕਰ ਦਿਓ, ਨੋਬਲ ਗੈਸ ਇਗਨੋਰ ਕਰਤੀ। ਤਾਂ ਆਹ ਜਿਹੜੇ ਸਾਰੇ ਨੇ, ਠੀਕ ਹੈ, ਇਹ ਆਪਣੇ ਆਪਣੇ ਗਰੁੱਪ ਦੇ ਹੈਡ ਨੇ, ਮੈਂ ਮੰਨ ਕੇ ਚੱਲਦੇ ਆ। ਹਾਲਾਂਕਿ ਐਲੂਮੀਨੀਅਮ ਦੇ ਉੱਪਰ ਬੋਰੋਨ ਵੀ ਹੁੰਦਾ, ਜਿਵੇਂ ਮੈਂ ਦੱਸਿਆ ਵੀ ਪੀਰੀਅਡ 2 ਵਾਲੇ ਕੁਝ ਜ਼ਿਆਦਾ ਹੀ ਛੋਟੇ ਹੁੰਦੇ ਨੇ, ਤਾਂ ਉਹਨਾਂ ਨੂੰ ਆਪਾਂ ਇਗਨੋਰ ਕਰ ਦਿੰਦੇ ਆ। ਤਾਂ ਇੱਕ ਤਰ੍ਹਾਂ ਹੀ ਮੰਨ ਕੇ ਚੱਲੋ ਇਹ ਗਰੁੱਪ 13 ਦਾ ਹੈਡ ਹੈ, ਇਹ ਗਰੁੱਪ 14 ਦਾ ਹੈਡ ਹੈ, ਇਹ ਫਾਸਫੋਰਸ ਗਰੁੱਪ 15 ਦਾ ਹੈਡ ਹੈ। ਤਾਂ ਇਹ ਸਾਰਿਆਂ ਨੂੰ ਟਿਪੀਕਲ ਐਲੀਮੈਂਟਸ ਬੋਲਿਆ ਜਾਂਦਾ ਹੈ। ਨੋਟ ਕਰੋ ਫਟਾਫਟ। ਇਹਦੇ ਤੇ ਫਿਰ ਤੋਂ ਐਵੇਂ ਕੁਐਸਚਨ ਆ ਸਕਦਾ ਹੈ ਕਿ ਵਿਚ ਆਫ ਦਾ ਫੋਲੋਇੰਗ ਇਜ਼ ਅ ਟਿਪੀਕਲ ਐਲੀਮੈਂਟ, 4 ਆਪਸ਼ਨਸ ਦੇ ਕੇ, ਤਾਂ ਧਿਆਨ ਰੱਖਣਾ ਹੈ। ਨੈਕਸਟ ਲਿਖੋ ਤੀਜੀ ਇੰਪੋਰਟੈਂਟ ਟਰਮ, ਬ੍ਰਿਜ ਐਲੀਮੈਂਟਸ। ਤੀਜੀ ਪ੍ਰੋਪਰਟੀ ਦਾ ਨਾਮ ਬ੍ਰਿਜ ਐਲੀਮੈਂਟ, ਠੀਕ ਹੈ। ਹੁਣ ਨਾ ਕੁਝ ਐਲੀਮੈਂਟ ਯਾਰ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੀ ਪ੍ਰੋਪਰਟੀਜ਼ 2 ਐਲੀਮੈਂਟ ਦਾ ਕੰਬੀਨੇਸ਼ਨ ਹੁੰਦੀ ਹੈ, ਠੀਕ ਹੈ। ਯਾਨੀ ਕਿ ਉਹ ਐਲੀਮੈਂਟ ਨੂੰ ਇਹ ਕਿਹਾ ਜਾਂਦਾ ਵੀ ਇਹ 2 ਐਲੀਮੈਂਟ ਦਾ ਬ੍ਰਿਜ ਹੈ। ਬ੍ਰਿਜ ਕੀ ਹੁੰਦਾ ਯਾਰ, ਬ੍ਰਿਜ 2 ਚੀਜ਼ਾਂ ਨੂੰ ਜੋੜਦਾ ਹੈ ਨਾ, 2 ਗੈਪਸ ਨੂੰ ਜੋੜਦਾ ਹੈ ਨਾ। ਤਾਂ ਐਵੇਂ ਬ੍ਰਿਜ ਐਲੀਮੈਂਟ ਕੀ ਹੁੰਦਾ, ਬ੍ਰਿਜ ਐਲੀਮੈਂਟ 2 ਅਲੱਗ-ਅਲੱਗ ਐਲੀਮੈਂਟ ਵਰਗਾ ਮਿਲਦਾ ਜੁਲਦਾ ਤੀਜਾ ਐਲੀਮੈਂਟ ਹੁੰਦਾ, ਜਿਹਦੇ ਕੋਲ ਥੋੜੀਆਂ ਜਿਹੀਆਂ ਪ੍ਰੋਪਰਟੀਜ਼ A ਐਲੀਮੈਂਟ ਦੀਆਂ ਹੁੰਦੀਆਂ ਨੇ, ਥੋੜੀ ਜਿਹੀਆਂ ਪ੍ਰੋਪਰਟੀਜ਼ B ਐਲੀਮੈਂਟ ਦੀਆਂ ਹੁੰਦੀਆਂ ਨੇ। ਤਾਂ ਆਪਾਂ ਕਹਿ ਕੇ ਚੱਲਦੇ ਹਾਂ ਵੀ ਇੱਕ ਤਰ੍ਹਾਂ ਦਾ ਬ੍ਰਿਜ ਹੈ ਦੋਨੋਂ ਐਲੀਮੈਂਟਸ ਦੇ ਵਿਚਕਾਰ, ਇਹ ਦੋਨੋਂ ਐਲੀਮੈਂਟਸ ਨੂੰ ਇੱਕ ਤਰ੍ਹਾਂ ਨਾਲ ਕਨੈਕਟ ਕਰਦਾ ਹੈ, ਠੀਕ ਹੈ ਨਾ। ਤਾਂ ਇਹਦੇ ਬਾਰੇ ਲਿਖੋ elements which act as a bridge, elements which act as a bridge, that is their properties, are combination of, two different group elements. That is, their properties are combination of 2 different group elements. For
ਫॉर एग्जांपल ਹੁਣ ਜਿਹੜਾ ਮੈਗਨੀਸ਼ੀਅਮ ਹੈ ਇਹ ਥੋੜਾ ਜਿਹਾ ਮਿਲਦਾ ਜੁਲਦਾ ਸੋਡੀਅਮ ਵਰਗਾ ਹੈ, ਥੋੜੀ ਜਿਹੀ ਪ੍ਰੋਪਰਟੀਜ਼ ਕਾਪਰ ਵਰਗੀਆਂ ਨੇ, ਤਾਂ ਮੈਗਨੀਸ਼ੀਅਮ ਇੱਕ ਤਰ੍ਹਾਂ ਨਾਲ ਸੋਡੀਅਮ ਔਰ ਕਾਪਰ ਦਾ ਬ੍ਰਿਜ ਹੋ ਗਿਆ। ठीक है, एवें ਦੀਆਂ ਵੀ ਇਹ ਜੁੜ ਰਹੇ ਨੇ ਆਪਸ ਚ, ਇਹੋ ਜਿਹਾ ਕੁਝ ਹੈ, ਪ੍ਰੋਪਰਟੀਜ਼ ਮਿਲਦੀਆਂ ਜੁਲਦੀਆਂ ਨੇ, ਐਵੇਂ ਕਹਿਣਾ ਆਪਾਂ ਨੇ ਕਿ ਮੈਗਨੀਸ਼ੀਅਮ ਇਹਦੇ ਵਰਗੇ ਵੀ ਥੋੜੀ ਜਿਹੀ ਪ੍ਰੋਪਰਟੀਜ਼ ਦਿਖਾਉਂਦਾ ਹੈ ਔਰ ਕਾਪਰ ਵਰਗੀਆਂ ਵੀ ਥੋੜੀ ਜਿਹੀ ਪ੍ਰੋਪਰਟੀਜ਼ ਦਿਖਾਉਂਦਾ ਹੈ, ਤਾਂ ਮੈਗਨੀਸ਼ੀਅਮ ਇਹਨਾਂ ਦੋਨਾਂ ਦਾ ਬ੍ਰਿਜ ਟਾਈਪ ਹੋ ਗਿਆ। ठीक है, या फिर दूजी एग्जांपल ले लो कैल्शियम, कैल्शियम पोटाशियम और एजी का ब्रिज एक तरह नाल हो गया। नोट करो जल्दी जल्दी। नेक्स्ट लिखो चौथी डेफिनेशन। चौथी डेफिनेशन है डायगोनल रिलेशनशिप। डायगोनल GONAL आएगा, डायगोनल रिलेशनशिप। ये तो तुसी 10th च भी पढ़िया होना, याद है ना भी एक एलीमेंट अपने तो जेड़ा डायगोनली ऑपोजिट एलीमेंट होंदा है उहदे वर्गा प्रॉपर्टी शो करदा है, इहनूं डायगोनल रिलेशनशिप बोलदे ने। ये तो याद होना, ये तुसी 10th च भी जरूर पढ़िया होना डायगोनल रिलेशनशिप। मैं भी शायद पिछलियां टर्म्स नहीं पढ़िया होण, लिखो माड़ा जिहा इहदे बारे। द एलिमेंट्स ऑफ पीरियड 2, diagonal relationship, the elements of period 2 show the elements of period 2 show properties similar to elements of period 3। डायगोनल रिलेशनशिप मैं दोबारा बोल रहा हूं, एलिमेंट्स ऑफ पीरियड 2 shows property similar to element of period 3 which are present diagonally opposite to them। period 3 which are present diagonally opposite to them, and it is known as diagonal relationship। and it is known as diagonal relationship। जिमें कि पीरियड 2 ਦੇ मैं कुछ एलिमेंट लिख रहा, पीरियड 2 ਚ कौन कौन आंदा है, लिथियम, बेरिलियम, बोरॉन, है ना। ਤੇ ਜੇ मैं कुछ पीरियड 3 ਦੇ एलिमेंट लिखा, ਇਹਦੇ लिथियम ਦੇ ਥੱਲੇ ਆਂਦਾ सोडियम, मैग्नीशियम, एल्यूमीनियम, सिलिकॉन, इस तरह ਨਾਲ। ठीक है, ਤਾਂ ਜਿਹੜੇ ਪੀਰੀਅਡ 2 ਵਾਲੇ ਐਲੀਮੈਂਟ ਨੇ ਉਹ ਪੀਰੀਅਡ 3 ਦੇ ਨਾਲ ਥੋੜੇ ਬਹੁਤੇ ਮਿਲਦੇ ਜੁਲਦੇ ਨੇ, ਜਿਹੜੇ ਉਹਦੇ ਆਪੋਜ਼ਿਟ ਡਾਇਗੋਨਲ ਤੇ ਨੇ। ਮਤਲਬ ਅਗਰ ਲਿਥੀਅਮ ਹੈ ਤਾਂ ਇਹਦਾ ਡਾਇਗੋਨਲ ਬਣਾਓ, ਲਿਥੀਅਮ ਮਿਲਦਾ ਜੁਲਦਾ ਹੈ ਮੈਗਨੀਸ਼ੀਅਮ ਨਾਲ, ਬੈਰੀਲੀਅਮ ਮਿਲਦਾ ਜੁਲਦਾ ਹੈ ਐਲੂਮੀਨੀਅਮ ਨਾਲ, ਔਰ ਬੋਰॉन ਦੀਆਂ ਪ੍ਰੋਪਰਟੀਜ਼ ਮਿਲਦੀਆਂ ਨੇ ਸਿਲੀਕॉन ਨਾਲ। ਇਹ ਗੱਲ ਸਮਝ ਆਈ? ਤਾਂ ਇੱਕ ਐਲੀਮੈਂਟ ਦੀਆਂ ਪ੍ਰੋਪਰਟੀਜ਼ ਇਹਦੇ ਨਾਲ, ਆਹ ਵਾਲੀ ਜਿਹੜੀ ਚੀਜ਼ ਹੈ ਇਹਨੂੰ ਡਾਇਗੋਨਲ ਰਿਲੇਸ਼ਨ ਬੋਲਦੇ ਨੇ। ਹੁਣ ਸਿੰਪਲ ਜੀ ਗੱਲ ਹੈ, ਦੇਖੋ ਲਿਥੀਅਮ ਟੌਪ ਟੂ ਬਾਟਮ ਸਾਈਜ਼ ਵੱਧਦਾ ਹੈ, ਲੈਫਟ ਟੂ ਰਾਈਟ ਸਾਈਜ਼ ਘਟਦਾ ਹੈ ਨਾ। ਜੇ ਮੈਂ ਇੱਕ ਛੋਟਾ ਜਿਹਾ ਅੰਦਾਜ਼ਾ ਲਗਾਵਾਂ, ਲਿਥੀਅਮ ਟੂ ਬੈਰੀਲੀਅਮ ਸਾਈਜ਼ ਘਟ ਗਿਆ, ਬੈਰੀਲੀਅਮ ਛੋਟਾ, ਪਰ ਬੈਰੀਲੀਅਮ ਟੂ ਮੈਗਨੀਸ਼ੀਅਮ ਸਾਈਜ਼ ਫੇਰ ਵੱਧ ਗਿਆ। ਤਾਂ ਇੱਕ ਚੀਜ਼ ਦਾ ਸਾਈਜ਼ ਪਹਿਲਾਂ ਘਟਾਇਆ ਗਿਆ ਫਿਰ ਵਧਾਇਆ ਗਿਆ, ਤਾਂ ਉਹ ਅਪਰੋਕਸੀਮੇਟਲੀ ਸੇਮ ਸਾਈਜ਼ ਵਰਗੀ ਹੀ ਹੋ ਜਾਏਗੀ, ਹੈ ਨਾ। ਤਾਂ ਜਿਹੜੇ ਡਾਇਗੋਨਲ ਵਾਲੇ ਐਲੀਮੈਂਟ ਹੁੰਦੇ ਨੇ ਇਹਨਾਂ ਦੀਆਂ, ਇਹ ਐਕਚੁਅਲੀ ਇਹਨਾਂ ਦਾ ਸਾਈਜ਼ ਕਾਫੀ ਸਿਮਿਲਰ ਹੁੰਦਾ ਹੈ, ਜਾਂ ਸਾਈਜ਼ ਨਾਲੋਂ ਵੀ ਜ਼ਿਆਦਾ ਇਹਨਾਂ ਦਾ ਚਾਰਜ ਬਾਏ ਸਾਈਜ਼ ਕਾਫੀ ਨੇੜੇ ਤੇੜੇ ਹੁੰਦਾ ਹੈ। ਚਾਰਜ ਔਰ ਸਾਈਜ਼ ਦੀ ਰੇਸ਼ੋ ਕਾਫੀ ਨੇੜੇ ਤੇੜੇ ਹੁੰਦੀ ਹੈ। ਮਤਲਬ ਲਿਥੀਅਮ ਦਾ ਚਾਰਜ ਔਰ ਲਿਥੀਅਮ ਦਾ ਸਾਈਜ਼, ਚਾਰਜ ਬਾਏ ਸਾਈਜ਼ ਮੈਗਨੀਸ਼ੀਅਮ ਦੇ ਚਾਰਜ ਬਾਏ ਸਾਈਜ਼ ਦੇ ਨਾਲ ਮਿਲਦਾ ਜੁਲਦਾ ਹੁੰਦਾ ਹੈ। ਸੇਮ ਬੈਰੀਲੀਅਮ ਦਾ ਚਾਰਜ ਬਾਏ ਸਾਈਜ਼ ਐਲੂਮੀਨੀਅਮ ਦੇ ਚਾਰਜ ਬਾਏ ਸਾਈਜ਼ ਨਾਲ ਮਿਲਦਾ ਜੁਲਦਾ ਹੁੰਦਾ ਹੈ। ਤਾਂ ਇਹਨਾਂ ਦੀ ਪ੍ਰੋਪਰਟੀਜ਼ ਵੀ ਮਿਲਦੀਆਂ ਜੁਲਦੀਆਂ ਨੇ। ਠੀਕ ਹੈ ਨਾ। ਇੱਥੇ ਕੁਐਸਚਨ ਵੀ ਆਉਂਦਾ ਹੁੰਦਾ ਵੀ ਵਾਟ ਇਜ਼ ਦਾ ਰੀਜ਼ਨ ਆਫ ਡਾਇਗੋਨਲ ਰਿਲੇਸ਼ਨਸ਼ਿਪ, ਮਤਲਬ ਡਾਇਗੋਨਲ ਰਿਲੇਸ਼ਨਸ਼ਿਪ ਕਿਉਂ ਹੋਇਆ, ਐਵੇਂ ਕਿਉਂ ਹੈ, ਲਿਥੀਅਮ ਸੋਡੀਅਮ ਵਰਗਾ ਘੱਟ ਹੈ, ਮੈਗਨੀਸ਼ੀਅਮ ਵਰਗਾ ਜ਼ਿਆਦਾ ਹੈ, ਐਵੇਂ ਕਿਉਂ, ਜਦਕਿ ਇਹ ਤਾਂ ਸੇਮ ਗਰੁੱਪ 'ਚ ਹੋਣੇ ਚਾਹੀਦੇ ਨੇ, ਸੇਮ ਪ੍ਰੋਪਰਟੀਜ਼ ਹੋਣੀ ਚਾਹੀਦੀਆਂ ਨੇ। ਤਾਂ ਉਹਦਾ ਰੀਜ਼ਨ ਇਹੀ ਹੈ ਵੀ ਇਹਨਾਂ ਦਾ ਚਾਰਜ ਬਾਏ ਸਾਈਜ਼ ਸਿਮਿਲਰ ਹੈ। ਠੀਕ ਹੈ, ਤਾਂ ਚਾਰਜ ਬਾਏ ਸਾਈਜ਼ ਨੂੰ ਇੱਕ ਨਾਮ ਵੀ ਦਿੱਤਾ ਹੁੰਦਾ ਹੈ, ਇਹਨੂੰ ਕਹਿੰਦੇ ਨੇ ਆਇਨਿਕ ਪੋਟੈਂਸ਼ੀਅਲ। ਤਾਂ ਇਹਦੇ ਬਾਰੇ ਲਿਖੋ ਮਾੜਾ ਜਿਹਾ। ਦ ਰੀਜ਼ਨ ਆਫ ਡਾਇਗੋਨਲ ਰਿਲੇਸ਼ਨਸ਼ਿਪ, ਪਹਿਲਾਂ ਇੱਕ ਵਾਰ ਆਹ ਨੋਟ ਕਰ ਲਓ ਫਟਾਫਟ, फिर पॉइंट लिखो।
The reason of diagonal relationship, the reason of diagonal relationship is similar ionic potential. Potential. The reason of diagonal relationship is similar ionic potential. ਕੀ ਹੁੰਦਾ ਜੀ ionic potential? Charge upon size. ਇਸ ਤਰ੍ਹਾਂ ਸਾਈ ਹੁੰਦਾ ਹੈ ਆਇਨਿਕ ਪੋਟੈਂਸ਼ੀਅਲ ਦਾ ਸਿੰਬਲ। ਆਇਨਿਕ ਪੋਟੈਂਸ਼ੀਅਲ ਹੁੰਦਾ ਚਾਰਜ ਅਪੋਨ ਸਾਈਜ਼। ਨੋਟ ਕਰੋ ਜਲਦੀ ਜਲਦੀ। ਇੱਕ ਸੈਕਿੰਡ। आयनिक पोटेंशियल चार्ज अपॉन साइज। ठीक है, नोट कर लिया इन्होंने। फिफ्थ टर्म लिखो, ट्रांजिशन एलिमेंट्स। ये बहुत इंपॉर्टेंट है, ये कई स्टार ला लियो, बहुत क्वेश्चन आता है ਇਹਦਾ। ट्रांजिशन एलिमेंट्स ਹੁਣ देखो वैसे तो ਆਪਾਂ ਕਹਿ ਦਿੰਦੇ ਆ ਵੀ ਯਾਰ ਇਸ ਬਲੌਕ ਤੋਂ ਪੀ ਬਲੌਕ ਦੇ ਵਿੱਚ ਜਿਹੜੇ ਐਲੀਮੈਂਟ ਨੇ ਯਾਨੀ ਕਿ ਡੀ ਬਲੌਕ ਐਲੀਮੈਂਟ ਉਹਨਾਂ ਨੂੰ ਟ੍ਰਾਂਜੀਸ਼ਨ ਐਲੀਮੈਂਟ ਬੋਲਦੇ ਨੇ, ਹੈਨਾ। ਪਰ ਇਹਦੇ ਵਿੱਚ ਥੋੜੀ ਜਿਹੀ ਦਿੱਕਤ ਹੈ। ਐਸ ਨੋ ਡਾਊਟ ਐਸ ਬਲੌਕ ਔਰ ਪੀ ਬਲੌਕ ਦੇ ਵਿੱਚ ਜਿਹੜੇ ਐਲੀਮੈਂਟ ਹੈ ਉਹਨਾਂ ਨੂੰ ਟ੍ਰਾਂਜੀਸ਼ਨ ਐਲੀਮੈਂਟ ਬੋਲਦੇ ਨੇ, ਯਾਨੀ ਕਿ ਡੀ ਬਲੌਕ ਨੂੰ ਟ੍ਰਾਂਜੀਸ਼ਨ ਐਲੀਮੈਂਟ ਬੋਲਦੇ ਨੇ। ਪਰ ਇਹਦੇ ਅੰਦਰ ਇੱਕ ਛੋਟੀ ਜਿਹੀ ਕੰਡੀਸ਼ਨ ਹੈ, ਸਿਰਫ ਉਸ ਐਲੀਮੈਂਟ ਨੂੰ ਟ੍ਰਾਂਜੀਸ਼ਨ ਐਲੀਮੈਂਟ ਬੋਲਿਆ ਜਾਏਗਾ ਜਿਹਦੇ ਅੰਦਰ ਅਨਪੇਅਰਡ ਇਲੈਕਟ੍ਰੋਨ ਬਚੇ ਹੋਣਗੇ, ਜਿਹਦੇ ਅੰਦਰ ਇੱਕ ਵੀ ਇਲੈਕਟ੍ਰੋਨ ਅਨਪੇਅਰਡ ਹੈ। ਅਨਪੇਅਰ ਸਮਝ ਰਹੇ ਹੋ ਨਾ, ਵੀ ਸਿੰਗਲ ਇਲੈਕਟ੍ਰੋਨ ਹੈ, ਪੇਅਰ ਨਹੀਂ ਹੋਣਾ ਚਾਹੀਦਾ, ਇਲੈਕਟ੍ਰੋਨ ਦਾ ਆਪਸ ਚ ਪੇਅਰ ਨਹੀਂ ਹੋਣਾ ਚਾਹੀਦਾ। ਇੱਕ ਵੀ ਇਲੈਕਟ੍ਰੋਨ ਮਤਲਬ ਪੇਅਰ ਹੋਵੇ ਜਿੰਨਾ ਮਰਜੀ, ਅਨਪੇਅਰਡ ਜ਼ਰੂਰ ਹੋਣਾ ਚਾਹੀਦਾ। ਜਿਹਦੇ ਅੰਦਰ ਇੱਕ ਵੀ ਇਲੈਕਟ੍ਰੋਨ ਅਨਪੇਅਰਡ ਹੈ ਉਹਨੂੰ ਟ੍ਰਾਂਜੀਸ਼ਨ ਐਲੀਮੈਂਟ ਬੋਲਿਆ ਜਾਏਗਾ। ਠੀਕ ਹੈ, ਹੁਣ ਮੈਂ ਇਹਦੀ ਇੱਕ ਐਗਜ਼ਾਮਪਲ ਦਿੰਦਾ। ਹੁਣ ਜਿਵੇਂ ਜਿਹੜਾ ਜ਼ਿੰਕ ਹੈ, ਜ਼ਿੰਕ ਵੀ ਐਸ ਬਲੌਕ ਔਰ ਪੀ ਬਲੌਕ ਦੇ ਵਿੱਚ ਹੀ ਆਉਂਦਾ ਹੈ। ਠੀਕ ਹੈ, ਜੇ ਤੁਸੀਂ ਜ਼ਿੰਕ ਦੀ ਕੌਨਫੀਗਰੇਸ਼ਨ ਲਿਖੋ ਨਾ, ਜ਼ਿੰਕ ਦੀ ਕੌਨਫੀਗਰੇਸ਼ਨ, ਤਾਂ ਜ਼ਿੰਕ ਦੀ ਕੌਨਫੀਗਰੇਸ਼ਨ ਕੀ ਹੁੰਦੀ ਹੈ? ਜ਼ਿੰਕ ਹੁੰਦਾ ਆਰਗਨ 18 4s2 3d10। ਆ ਜ਼ਿੰਕ ਦੀ ਕੌਨਫੀਗਰੇਸ਼ਨ ਹੈ। ਹੁਣ ਆਰਗਨ 18 ਹੈ ਨੋਬਲ ਗੈਸ, ਨੋਬਲ ਗੈਸ 'ਚ ਤਾਂ ਸਾਰਾ ਕੁਝ ਹੀ ਪੇਅਰ 'ਚ ਚੱਲਦਾ ਹੈ। 4s2 ਐਸ 'ਚ ਇੱਕ ਔਰਬਿਟਲ ਹੈ, ਉਹਦੇ ਅੰਦਰ 2 ਇਲੈਕਟ੍ਰੋਨ ਹੈ, ਪੇਅਰ ਹੋ ਗਿਆ। 3d10 ਡੀ ਦੇ ਅੰਦਰ 5 ਔਰਬਿਟਲ ਹੈ ਔਰ ਉਹਦੇ ਅੰਦਰ 10 ਇਲੈਕਟ੍ਰੋਨ 1 2 3 4 5 6 7 8 9 10। ਚੈੱਕ ਕਰੋ, ਜ਼ਿੰਕ 'ਚ ਤਾਂ ਸਾਰਾ ਕੁਝ ਹੀ ਪੇਅਰਡ ਹੈ। ਆ ਤਾਂ ਨੋਬਲ ਗੈਸ ਹੈ, ਨੋਬਲ ਗੈਸ ਪੇਅਰ 'ਚ ਹੀ ਚੱਲਦੀ ਹੈ। ਆ ਵੀ ਪੇਅਰਡ ਹੈ, ਆ ਵੀ ਪੇਅਰ ਹੈ, ਸਾਰਾ ਕੁਝ ਹੀ ਪੇਅਰ ਹੈ। ਠੀਕ ਹੈ, ट्रांजिशन एलिमेंट की डेफिनेशन की है कि जिहदे अंदर डी ब्लॉक के अंदर अनपेयर्ड इलैक्ट्रॉन होए, इस च कुछ भी नहीं है। ठीक है ना, तो इस करके जिंक नूं ट्रांजिशन एलिमेंट नहीं मानते। ये गल इंपॉर्टेंट है, जिंक नूं ट्रांजिशन एलिमेंट नहीं मानते। जिंक डी ब्लॉक का हिस्सा जरूर है, जिंक एस और पी के विचकार आता है। आपां नूं ना यही रटा दिंदे बचपन तो भी ट्रांजिशन एलिमेंट मतलब डी ब्लॉक एलिमेंट, पर ट्रांजिशन एलिमेंट और डी ब्लॉक एलिमेंट च थोड़ा जिहा फर्क है। ठीक है, जिंक डी ब्लॉक च आंदा है, बिल्कुल सही है, पर जिंक नूं ट्रांजिशन एलिमेंट नहीं बोलते क्योंकि ट्रांजिशन एलिमेंट के लिए डी के अंदर अनपेयर्ड इलैक्ट्रॉन होना जरूरी है। ठीक है, हुण जिंक हमेशा ही तो नहीं जीरो रहिंदा। जिंक चैक करो, कई केसिस च जिंक ते 2+ चार्ज भी आता है। अच्छा, जिंक 2+ नूं देख लैंदे आ, 2 इलैक्ट्रॉन उड़ाने ने, आर्गन 18 है। हुण देखो 2 इलैक्ट्रॉन उड़ाने ने, तो जिहड़ा सब तो आखिरी शैल होगा उह चों इलैक्ट्रॉन जाणगे। 4s चौथे शैल च है, 3d तीजे शैल च है, तो आखिरी शैल होया चौथा। चौथे चो 2 उड़ाते तो 4s दे विचों इलैक्ट्रॉन उड़ाते, 2 दे 2 उड़ाते तो 4s 0 3d 10 रह गया। हुण आ तां पहलां ही पेयर है, इह तां कुछ है ही नहीं। डी दे अंदर 10 मतलब डी भी पेयर है। तो जिंक भावें 0 स्टेट च देख लो, भावें हायर स्टेट च देख लो, मतलब कुछ चार्ज के अंदर देख लो, जिंक के अंदर हले भी सारा कुछ पेयर है, तो जिंक नूं ट्रांजिशन नहीं मानते। इन्नी गल समझ आई। हुण कॉपर सोचो, कॉपर की एक्सैप्शनल कॉन्फिगरेशन होंदी है। कॉपर की कॉन्फिगरेशन होंदी है आर्गन 18 4s1 3d10। ठीक है,
ਚੈੱਕ ਕਰੋ ਆਰਗਨ ਪੂਰੀ ਤਰ੍ਹਾਂ ਪੇਅਰਡ ਹੈ 3d10 ਡੀ ਦੇ ਅੰਦਰ 5 ਆਰਬਿਟਲ ਹੁੰਦੇ ਨੇ 1 2 3 4 5 6 7 8 9 10 ਹੁਣ ਆ ਵੀ ਪੇਅਰ ਹੈ ਆ ਵੀ ਪੇਅਰ ਹੈ ਤਾਂ ਜੇ ਇਸ ਹਿਸਾਬ ਨਾਲ ਦੇਖੀਏ ਤਾਂ ਫਿਰ ਤਾਂ ਕਾਪਰ ਵੀ ਟ੍ਰਾਂਜੀਸ਼ਨ ਨਹੀਂ ਬੋਲਿਆ ਜਾਣਾ ਚਾਹੀਦਾ ਪਰ ਕਾਪਰ ਨੂੰ ਟ੍ਰਾਂਜੀਸ਼ਨ ਬੋਲਦੇ ਆ ਹੁਣ ਇੱਕ ਹੀ ਗੱਲ ਬਣੀ ਤੁਸੀਂ ਤਾਂ ਕਹਿ ਰਹੇ ਸੀਗੇ ਡੀ ਚ ਅਨਪੇਅਰਡ ਇਲੈਕਟ੍ਰੋਨ ਹੋਣਾ ਚਾਹੀਦਾ ਹੈ ਪਰ ਕਾਪਰ ਚ ਤਾਂ ਕੋਈ ਡੀ ਚ ਅਨਪੇਅਰਡ ਇਲੈਕਟ੍ਰੋਨ ਨਹੀਂ ਹੈ ਸਾਰਾ ਕੁਝ ਪੇਅਰਡ ਹੈ ਫਿਰ ਕਾਪਰ ਕਿਵੇਂ ਟ੍ਰਾਂਜੀਸ਼ਨ ਬਣ ਗਿਆ ਕਾਪਰ ਦੇ ਉੱਤੇ ਚਾਰਜ ਸੋਚੋ ਕਾਪਰ ਦੇ ਉੱਤੇ ਜਾਂ ਤਾਂ ਹੁੰਦਾ ਚਾਰਜ +1 ਜਾਂ ਹੁੰਦਾ ਚਾਰਜ +2 ਕਾਪਰ +2 ਬਾਰੇ ਸੋਚਦੇ ਹਾਂ ਕਾਪਰ +2 ਹੋਏਗਾ ਆਰਗਨ 18 ਦੋ ਇਲੈਕਟ੍ਰੋਨ ਉਡਾਣੇ ਨੇ ਹਾਂਜੀ ਆ ਹੈ ਚੌਥਾ ਸ਼ੈਲ ਆ ਹੈ ਤੀਸਰਾ ਸ਼ੈਲ ਪਹਿਲਾਂ ਬੜੇ ਸ਼ੈਲ ਚੋਂ ਇਲੈਕਟ੍ਰੋਨ ਨਿਕਲਣਗੇ ਯਾਨੀ ਕਿ 4 ਚੋਂ ਨਿਕਲਣਗੇ ਦੋ ਉਡਾਣੇ ਨੇ ਇਹ 'ਚ ਤਾਂ ਇੱਕੋ ਹੈ ਇੱਕੋ ਇਹਦਾ ਉੜ ਗਿਆ 4s0 ਰਹਿ ਗਿਆ ਦੂਜਾ ਇਲੈਕਟ੍ਰੋਨ ਉਡਾਣਾ ਹੈ ਹੁਣ ਇਹ ਤੋਂ ਚੌਥੇ ਤੋਂ ਛੋਟੇ ਸ਼ੈਲ ਤੇ ਆਓ ਚੌਥੇ ਤੋਂ ਛੋਟਾ ਸ਼ੈਲ ਕਿਹੜਾ ਹੋਏਗਾ ਤੀਜਾ ਆ ਪਿਆ ਦੋ ਉਡਾਣੇ ਸੀ ਇੱਕ ਚੋਂ ਚਲਾ ਗਿਆ ਇੱਕ ਚੋਂ ਚਲਾ ਗਿਆ ਹੁਣ ਇੱਕ ਚੋਂ ਚਲਾ ਗਿਆ ਤਾਂ ਇਹ ਬਚ ਗਿਆ 3d10 ਦੀ ਜਗ੍ਹਾ ਤੇ 3d9 ਹੁਣ 3d9 ਬਣਾਉਂਦੇ ਆ 1 2 3 4 5 6 7 8 9 ਚੈੱਕ ਕਰੋ ਆ ਅਨਪੇਅਰਡ ਬਚ ਗਿਆ ਨਾ ਤਾਂ ਇਹਦਾ ਮਤਲਬ ਕਾਪਰ ਚ ਅਨਪੇਅਰਡ ਇਲੈਕਟ੍ਰੋਨ ਹੋ ਸਕਦੇ ਨੇ ਭਾਵੇਂ ਇਹਦੀ ਗਰਾਊਂਡ ਸਟੇਟ ਚ ਕੋਈ ਅਨਪੇਅਰਡ ਇਲੈਕਟ੍ਰੋਨ ਨਹੀਂ ਹੁੰਦਾ ਪਰ ਕਾਪਰ ਕਦੇ ਨਾ ਕਦੇ ਇਹੋ ਜਿਹੀ ਸਟੇਟ 'ਚ ਜਾਂਦਾ ਹੈ ਜਿਹਦੇ ਕੋਲ ਅਨਪੇਅਰਡ ਇਲੈਕਟ੍ਰੋਨ ਹੁੰਦੇ ਨੇ ਜ਼ਿੰਕ ਤਾਂ ਗਰਾਊਂਡ 'ਚ ਵੀ ਕੋਈ ਅਨਪੇਅਰਡ ਨਹੀਂ ਹੈ ਹਾਇਰ ਸਟੇਟ 'ਚ ਵੀ ਕੋਈ ਅਨਪੇਅਰਡ ਨਹੀਂ ਹੈ ਪਰ ਕਾਪਰ ਦੀ ਹਾਇਰ ਸਟੇਟ 'ਚ ਅਨਪੇਅਰਡ ਇਲੈਕਟ੍ਰੋਨ ਬਣ ਜਾਂਦਾ ਡੀ ਦੇ ਅੰਦਰ ਤਾਂ ਕਾਪਰ ਨੂੰ ਟ੍ਰਾਂਜੀਸ਼ਨ ਬੋਲਿਆ ਜਾਂਦਾ ਹੈ ਜ਼ਿੰਕ ਨੂੰ ਨਹੀਂ ਬੋਲਦੇ ਇਹ ਤੁਹਾਡੇ ਸਕੂਲ ਦਾ ਵੀ ਕੁਐਸਚਨ ਬਣ ਜਾਂਦਾ ਹੈ ਕਿ ਵਾਈ ਜ਼ਿੰਕ ਇਜ਼ ਨਾਟ ਕੰਸੀਡਰਡ ਅ ਟ੍ਰਾਂਜੀਸ਼ਨ ਐਲੀਮੈਂਟ ਬਟ ਕਾਪਰ ਇਜ਼ ਕੰਸੀਡਰਡ ਅ ਟ੍ਰਾਂਜੀਸ਼ਨ ਐਲੀਮੈਂਟ ਹੁਣ ਕਾਪਰ 'ਚ ਵੀ ਡੀ ਫੁਲੀ ਫਿਲਡ ਹੈ ਡੀ 'ਚ ਕੋਈ ਅਨਪੇਅਰਡ ਨਹੀਂ ਹੈ ਜ਼ਿੰਕ 'ਚ ਵੀ ਕੋਈ ਅਨਪੇਅਰਡ ਨਹੀਂ ਹੈ ਪਰ ਕਾਪਰ ਦੀ ਕੰਬਾਈਨਡ ਫਾਰਮ 'ਚ ਜਿੱਥੇ ਕਾਪਰ ਤੇ ਚਾਰਜ ਹੋਵੇ 2+ ਉੱਥੇ ਕਾਪਰ ਕੋਲ ਅਨਪੇਅਰਡ ਇਲੈਕਟ੍ਰੋਨ ਡੀ 'ਚ ਹੁੰਦਾ ਹੈ ਇਸ ਕਰਕੇ ਕਾਪਰ ਟ੍ਰਾਂਜੀਸ਼ਨ ਹੈ ਪਰ ਜ਼ਿੰਕ 'ਚ ਨਾ ਤਾਂ ਨਾਰਮਲ ਤਰ੍ਹਾਂ ਨਾਲ ਕੋਈ ਅਨਪੇਅਰਡ ਹੁੰਦਾ ਡੀ 'ਚ ਨਾ ਹਾਇਰ ਚਾਰਜ ਦੇ ਵਿੱਚ ਕੋਈ ਅਨਪੇਅਰਡ ਹੁੰਦਾ ਡੀ 'ਚ ਤਾਂ ਇਸ ਕਰਕੇ ਜ਼ਿੰਕ ਹੈ ਨਾਨ ਟ੍ਰਾਂਜੀਸ਼ਨ ਐਲੀਮੈਂਟ ਇਹ ਫਰਕ ਪਤਾ ਲੱਗ ਰਿਹਾ ਕਾਫੀ ਕੁਝ ਐਕਸਪਲੇਨ ਕਰਨ ਵਾਲਾ ਸੀਗਾ ਇਸ 'ਚ ਤਾਂ ਪਹਿਲਾਂ ਇਹਦੀ ਡੈਫੀਨੇਸ਼ਨ ਲਿਖੋ ਫਟਾਫਟ ਟ੍ਰਾਂਜੀਸ਼ਨ ਐਲੀਮੈਂਟ ਦੀ the elements which contain at least one unpaired d electron the elements which contain at least one unpaired d electron in their ground state ठीक है element which contain at least one unpaired d electron in their ground state or excited state element which contain at least one unpaired d electron in their ground state or excited state are known as transition elements ठीक है अगली लाइन च लिखो जिंक तीन एलिमेंट्स ਦੇ ਨਾਮ ਲਿਖਣੇ ਨੇ ਜਿਹੜੇ ਡੀ ਬਲੌਕ ਚ ਤਾਂ ਆਉਂਦੇ ਨੇ ਪਰ ਇਹਨਾਂ ਨੂੰ ਟ੍ਰਾਂਜੀਸ਼ਨ ਨਹੀਂ ਬੋਲਦੇ ਜ਼ਿੰਕ Cd Hg ਇਹ ਸਾਰੇ ਇੱਕੋ ਗਰੁੱਪ ਦੇ ਐਲੀਮੈਂਟ ਨੇ ਗਰੁੱਪ ਨੰਬਰ 12 ਦੇ ਜ਼ਿੰਕ ਕੈਡਮੀਅਮ ਮਰਕਰੀ ਜ਼ਿੰਕ Cd Hg do not contain any unpaired electron in ground as well as excited state do not contain any unpaired electron in ground as well as excited state therefore they are not considered transition elements therefore they are not considered transition elements ठीक है ਇੱਥੇ ਮੈਂ ਦੋ ਕਨਫੀਗਰੇਸ਼ਨ ਲਿਖ ਦਿੰਦਾ ਠੀਕ ਹੈ ZD ਲਿਖਤਾ ਸੌਰੀ ਗਲਤੀ ਨਾਲ ਮੈਂ ਨੋਟ ਨਹੀਂ ਕਰਿਆ ZN ਜ਼ਿੰਕ ਕੈਡਮੀਅਮ ਮਰਕਰੀ ਮਿਸਟੇਕ ਹੋ ਗਈ ਥੋੜੀ ਜੀ ਅੱਛਾ ਜ਼ਿੰਕ ਦੀ ਕਨਫੀਗਰੇਸ਼ਨ ਹੁੰਦੀ ਹੈ ਆਰਗਨ 18 4s2
3d10, कोई अनपेयर्ड नहीं है, इत्थे लिख लो नो अनपेयर्ड डी इलैक्ट्रॉन। और भावें जिंक एक्साइटेड स्टेट च देख लो, इत्थे ब्रैकेट च लिख लो एक्साइटेड स्टेट का क्या मतलब है, जो चार्ज आ जाए एक्साइटेड स्टेट च ये बन जाएगा आर्गन 18। 2 इलैक्ट्रॉन उड़ाते बड़े शैल चो जाएंगे, चौथे चों 4s0 3d10, तो ये हले भी नो अनपेयर्ड डी इलैक्ट्रॉन। देयरफॉर Zn is not a transition element। कंसैप्ट समझ आया सारिਆਂ ਨੂੰ, ठीक है। अच्छा ਆਪਾਂ ਹੁਣ ਕਾਪਰ ਦੀ एग्जांपल ਲੈ ਲੈਂਦੇ ਆ। ਕਾਪਰ ਆਰਗਨ 18 4s1 3d10, ਇਹਦੇ ਵਿੱਚ ਵੀ ਕੋਈ ਅਨਪੇਅਰਡ ਨਹੀਂ ਹੈ ਇਸ ਟਾਈਮ ਤੇ, नो अनपेयर्ड डी इलेक्ट्रॉन और कॉपर 2+। आर्गन 18 दो उड़ाते तो एक चौथे चो एक चला गया, डी चो एक चला गया, तो ये रह गया 4s0 3d9। 3d9 च 1 अनपेयर्ड इलेक्ट्रॉन। Therefore copper is considered a ट्रांजिशन एलिमेंट। नोट कर लो फटाफट। ठीक है जी, होर भी कुछ इंपॉर्टेंट टर्म्स हैं और बाकी बहुत सारिया चीज़ा ने ਆਪਾਂ कल की क्लास करांगे। कल क्लास होएगी एग्जैक्ट यही 12:30 बजे, ठीक है। कल मिलते हैं ਆਪਾਂ। और ये लैक्चर भी यूट्यूब पर पै जाएगा, जिन्हों भी जो भी अगर डाउट है कोई चीज़ रहेगी तो वो यूट्यूब तो देख लियो। और एक होर खास गल, अपना कमिंग मंडे आ ਜਿਹੜਾ ਹੁਣ मंडे है 3-4 ਦਿਨਾਂ बाद, पिछले संडे साडा टेस्ट नहीं हो पाया सीगा क्योंकि एक बच्चे का कुछ टॉपिक्स रहिंदे सीगे। इस मंडे ਆਪਾਂ क्लास टाइम च 12:30 तो लैके 1:30 ਦੇ ਵਿੱਚ स्ट्रक्चर ऑफ एटम का ऑब्जेक्टिव टेस्ट होएगा, ठीक है। स्ट्रक्चर ऑफ एटम का ऑब्जेक्टिव टेस्ट का लैवल मीडियम होएगा, मतलब ना बहुत ईजी क्वेश्चन होंगे ना बहुत डिफिकल्ट क्वेश्चन होंगे। तो कोशिश करो भी मंडे तक स्ट्रक्चर ऑफ एटम के जो भी डाउट्स ने मैंने व्हाट्सएप पर एक बार वो पिक क्लिक करके या किसी भी तरह कॉल करके या जिमें भी है मंडे तक अपने स्ट्रक्चर ऑफ एटम के सारे डाउट्स क्लीयर कर लो, ठीक है। ऑब्जेक्टिव होएगा, हाँ जी, पहला टेस्ट ऑब्जेक्टिव रखांगे, फिर सब्जेक्टिव भी आ जाएगा नाल ही विद इन फ्यू डेज आप एक सब्जेक्टिव टेस्ट भी रख लांगे, ठीक है। तो मंडे स्ट्रक्चर ऑफ एटम 12:30 to 1:30 क्लास टाइम ते ही होएगा। ਉਹਦੇ अंदर 30 क्वेश्चन होंगे, 1 आवर का टाइम होएगा, तो थोड़ा अप्रोक्सीमेटली 2 मिनट मिलणगे एक क्वेश्चन करने लिए। तो अपनी थोड़ी जी स्पीड खिंच के रखियो। पिछले सारे क्वेश्चन आई गैस थोड़ा एक 100 क्वेश्चन की असाइनमेंट पहला जा चुकी है, अगर मेरे ख्याल तो ही दिती है शायद, तो अगर नहीं दिती तो मैंने दस दियो क्योंकि मैं स्ट्रक्चर ऑफ एटम की एक असाइनमेंट एक ग्रुप च शेयर कर चुके हैं, शायद वो थोड़ा ही ग्रुप है, नहीं आप फिर मैं होर दोबारा शेयर कर दूंगा। एक 45 क्वेश्चन की भी असाइनमेंट जा चुकी है, ठीक है। सारा चंगी तरह नाल पढ़ लो, जिहदा जो भी पेंडिंग है फिर आप डिस्कस करते हैं मंडे तक, ठीक है जी। बाकी आप मंडे मिलते हैं, सॉरी कल मिलते हैं सेम टाइम 12:30 तो 12:30। थैंक यू सो मच।